ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਜਗਮੋਹਨ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਸਤਿ ਸ੍ਰੀ ਅਕਾਲ ਜੀ ਸੁਖਵਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ। ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਹੁਣ ਤੱਕ ਜਿੰਨੇ ਵੀ ਫੈਸਲੇ ਲੈਂਦੀ ਆਈ ਹੈ, ਬਹੁਤ ਗਿਣਤੀ ਜਿਹੜੇ ਬਹੁਤੇ ਫੈਸਲੇ ਨੇ ਉਹਨਾਂ ਤੇ ਕਿਸੇ ਨਾ ਕਿਸੇ ਬਹਾਨੇ ਜਿਹੜਾ ਰੋਕ ਲੱਗ ਜਾਂਦੀ ਹੈ। ਭਾਵੇਂ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਹੋਵੇ, ਭਾਵੇਂ ਸਰਕਾਰ ਪੱਧਰ ਦੇ ਉੱਤੇ ਹੋਵੇ, ਨੋਟੀਫਿਕੇਸ਼ਨ ਵਾਪਸ ਲੈਣੇ ਹੋਣ, ਪ੍ਰੈਸ਼ਰ ਜਿਹੜਾ ਇਧਰੋਂ ਉਧਰੋਂ ਬਣ ਜਾਂਦਾ ਆ, ਭਾਵੇਂ ਸਰਕਾਰੀ ਪੱਧਰ ਤੇ ਜਾਂ ਆਮ ਲੋਕਾਂ ਦਾ ਬਣ ਜਾਂਦਾ। ਬਹੁਤ ਫੈਸਲੇ ਇਹੋ ਜਿਹੇ ਜਿਹੜੇ ਦਿੱਲੀ ਦੇ ਵਿੱਚ ਵੀ ਜਿਵੇਂ ਸ਼ਰਾਬ ਦੀ ਨੀਤੀ ਤੇ ਰੌਲਾ ਪਿਆ ਤੇ ਉਹ ਵਾਪਸ ਲੈ ਲਈ। ਪੰਜਾਬ ਦੇ ਵਿੱਚ ਵੀ ਸ਼ਰਾਬ ਨੀਤੀ ਨੂੰ ਵਾਪਸ ਕਰਾਉਣ ਦੀ ਮੰਗ ਉੱਠ ਰਹੀ ਹੈ। ਪਰ ਹੁਣ ਜਿਹੜੀ ਲੇਟੈਸਟ ਖਬਰ ਹੈ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਈ ਆ ਕਿ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਆਟਾ ਅਸੀਂ ਲੋਕਾਂ ਦੇ ਘਰਾਂ 'ਚ ਵੰਡਣਾ, ਮਤਲਬ ਆਟਾ ਦਾਲ ਸਕੀਮ ਆਪਣੇ ਹਿਸਾਬ ਨਾਲ ਅਸੀਂ ਚਲਾਵਾਂਗੇ, ਉਹਦੇ ਉੱਤੇ ਰੋਕ ਲਗਾ ਦਿੱਤੀ ਹੈ। ਮਸਲਾ ਕੀ ਹੈ ਤੇ ਇਹਦੀ ਮਤਲਬ ਕਿ ਇਹਨਾਂ ਮੁੱਦਿਆਂ ਦਾ ਹੱਲ ਕਿਸ ਢੰਗ ਨਾਲ ਕੱਢਿਆ ਜਾਣਾ ਚਾਹੀਦਾ? ਸੁਖਵਿੰਦਰ ਸਿੰਘ ਜੀ, ਗੱਲ ਇਹ ਹੈਗੀ ਆ ਕਿ ਆਟਾ ਦਾਲ ਸਕੀਮ ਜਿਹੜੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਈ ਸੀ, ਉਹ ਵੀ ਜਿਹੜੇ ਗਰੀਬੀ ਰੇਖਾ ਤੋਂ ਨੀਚੇ ਰਹਿ ਰਹੇ ਲੋਕ ਨੇ ਉਹਨਾਂ ਦਾ ਸਾਡੇ ਸੰਵਿਧਾਨ ਦੇ ਵਿੱਚ ਆਰਟੀਕਲ 21 ਆ, ਰਾਈਟ ਟੂ ਲਾਈਫ ਸਭ ਦਾ ਹੈਗਾ। ਤੇ ਕੋਈ ਵੀ ਕ੍ਰੀਏਚਰ ਜਿਹੜਾ ਹੈਗਾ ਨਾ, ਖਾਸ ਤੌਰ ਦੇ ਉੱਤੇ ਮਨੁੱਖੀ ਜਿਹੜਾ ਹੈ ਵਰਤਾਰਾ, ਉਹਦੇ ਵਿੱਚ ਹੋ ਨਹੀਂ ਸਕਦਾ ਹੈ ਕਿ ਕਿਸੇ ਆਟੇ ਦੇ ਕਾਰਨ, ਕਿਸੇ ਰੋਟੀ ਦੇ ਕਾਰਨ ਉਹ ਮੁਹਤਾਜ ਹੋ ਕੇ ਇਸ ਦੁਨੀਆ ਨੂੰ ਤਿਆਗ ਦੇ। ਇਸ ਕਰਕੇ ਉਹ ਲੋਕ ਜਿਹੜੇ ਬਿਲਕੁਲ ਹੀ ਗਰੀਬੀ ਰੇਖਾ ਤੋਂ ਨੀਚੇ ਹੈ, ਜਿਹੜੇ ਕਮਾ ਖਾ ਵੀ ਨਹੀਂ ਸਕਦੇ, ਉਹਨਾਂ ਨੂੰ ਥੋੜੀ ਸਹੂਲਤ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ। ਉਸ ਸਹੂਲਤ ਦਾ ਜਿਹੜਾ ਸਿਸਟਮ ਉਹਨਾਂ ਨੇ ਡਿਵੈਲਪ ਕੀਤਾ ਸੀਗਾ, ਉਹ ਜਿਹੜਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦੇ ਨੀਚੇ ਡਿਪੂ ਹੋਲਡਰਸ ਲਾਇਸੈਂਸ ਜਿਨ੍ਹਾਂ ਨੂੰ ਇਸ਼ੂ ਕੀਤਾ ਜਾਂਦਾ ਹੈ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਦੇ ਥੱਲੇ, ਜਿਹਦੇ ਵਿੱਚ ਚੀਨੀ ਵੀ ਦਿੱਤੀ ਜਾਂਦੀ ਸੀ, ਮਿੱਟੀ ਦਾ ਤੇਲ ਵੀ ਦਿੱਤਾ ਜਾਂਦਾ ਸੀ, ਦਾਲਾਂ ਵੀ ਦਿੱਤੀਆਂ ਜਾਂਦੀਆਂ ਸੀ। ਉਸੇ ਸਿਸਟਮ ਨੂੰ ਅਡਾਪਟ ਕਰਦਿਆਂ ਹੋਇਆਂ ਉਹਨਾਂ ਨੇ ਗਰੀਬੀ ਰੇਖਾ ਤੋਂ ਨੀਚੇ ਵਾਲੇ ਸਿਲੈਕਟਡ ਗਰੁੱਪ ਨੂੰ ਜਿਹੜਾ ਸੀਗਾ ਇਹ ਸਕੀਮ ਲਗਾਈ ਸੀ। ਉਹਦੇ ਵਿੱਚ ਦੇਖੋ, ਜਦੋਂ ਹਿਊਮਨ ਰਿਸੋਰਸ ਮਾੜਾ ਹੋਵੇ, ਜਦੋਂ ਲੋਕਾਂ ਦੀ ਨੈਤਿਕਤਾ ਨਾ ਹੋਵੇ, ਲੋਕ ਜਿਹੜੇ ਆ ਉਹ ਕਮਿਊਨੀਆਂ ਦੇ ਪੱਧਰ ਦੇ ਉੱਤੇ ਚਲੇ ਜਾਣ, ਤਾਂ ਇਹਦੇ ਵਿੱਚ ਬਹੁਤ ਸਾਰੇ ਲੂਪ ਹੋਲਸ, ਲੈਪਸਿਸ ਜਿਹੜੇ ਨੇ ਨਾ, ਉਹ ਉਹਦੇ ਵਿੱਚੋਂ ਚੋਰ ਮੋਰੀਆਂ ਕੱਢੀ ਜਾਂਦੀਆਂ ਨੇ, ਜਿਹੜੀ ਉਚਿਤ ਗੱਲ ਨਹੀਂ ਹੁੰਦੀ। ਹੋਇਆ ਕਿ ਉਸ ਦੇ ਵਿੱਚ ਬਹੁਤ ਸਾਰੇ ਐਸੇ ਲੋਕ ਵੀ ਇਸ ਸਕੀਮ ਦਾ ਲਾਹਾ ਲੈਣ ਲੱਗੇ ਜਿਹੜੇ ਡਿਜ਼ਰਵ ਨਹੀਂ ਕਰਦੇ। ਉਹਨਾਂ ਨੇ ਕਿਸ ਤਰੀਕੇ ਦੇ ਨਾਲ ਗਰੀਬੀ ਰੇਖਾ ਤੋਂ ਨੀਚੇ ਵਾਲੇ ਕਾਰਡ ਬਣਾਏ ਆਪਣੇ, ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਹੁੰਦੀ ਰਹੀ, ਉਹ ਇੱਕ ਬਹੁਤ ਇਨਵੈਸਟੀਗੇਸ਼ਨ ਦੀ ਗੱਲ ਹੈ। ਦੂਸਰਾ, ਜਿਹੜੇ ਡਿਪੂ ਹੋਲਡਰ ਸੀਗੇ, ਇਹਨਾਂ ਨੇ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਸੀ ਉਹ ਆਟਾ ਦਾਲ ਸਕੀਮ ਦਾ ਬੈਨੀਫਿਟ ਨਹੀਂ ਦਿੱਤਾ, ਸਗੋਂ ਆਪ ਹੀ ਜਿਹੜੇ ਸੀ ਨਾ ਵੱਡੀਆਂ ਵੱਡੀਆਂ ਬੋਰੀਆਂ ਹੋਰ ਸੱਜੇ ਖੱਬੇ ਬਾਹਰ ਦੀ ਬਾਹਰ ਹੀ ਨਿਬੇੜ ਦਿੰਦੇ ਸੀ। ਤਾਂ ਪਬਲਿਕ ਡਿਸਟ੍ਰੀਬਿਊਟਰ ਸੀ ਜਿਹੜੇ ਲਾਇਸੈਂਸ ਹੋਲਡਰ, ਉਹਨਾਂ ਦੇ ਵੱਲੋਂ ਵੀ ਲੈਪਸਿਸ ਬਹੁਤ ਹੋਏ, ਔਰ ਜਿਹੜੇ ਬੈਨੀਫਿਸ਼ਰੀ ਸੀਗੇ ਉਹਨਾਂ ਦੇ ਵਿੱਚੋਂ ਵੀ ਕੁਝ ਲੋਕ ਅਜਿਹੇ ਇਹਦੇ ਵਿੱਚ ਸ਼ਾਮਲ ਹੋ ਗਏ ਜੋੜ ਤੋੜ ਦੇ ਨਾਲ, ਜਿਹੜੇ ਡਿਜ਼ਰਵ ਨਹੀਂ ਸੀ ਕਰਦੇ। ਡੈਫੀਨਿਟਲੀ ਤੁਸੀਂ ਉਸ ਨੂੰ ਫੂਲ ਪ੍ਰੂਫ ਕਰਨ ਦੇ ਲਈ, ਉਸ ਨੂੰ ਆਬਜੈਕਟਿਵ ਕਰਨ ਦੇ ਲਈ, ਰੈਸ਼ਨਲਾਈਜ਼ ਕਰਨ ਦੇ ਲਈ, ਲੀਗਲਾਈਜ਼ ਕਰਨ ਦੇ ਲਈ ਯਤਨ ਕਰਨੇ ਚਾਹੀਦੇ ਆ, ਹੋਣੇ ਚਾਹੀਦੇ ਆ। ਲੇਕਿਨ ਜਿਹੜਾ ਸਿਸਟਮ ਆਪ ਸਰਕਾਰ ਲੈ ਕੇ ਆਈ ਆ ਉਹ ਪਾਪੂਲਿਜ਼ਮ ਵਾਲਾ ਹੈਗਾ ਕਿ ਅਸੀਂ ਜੀ ਜਿਹੜਾ ਹੈ ਆਪ ਜਾ ਕੇ ਡਿਸਟ੍ਰੀਬਿਊਟ ਕਰਾਂਗੇ। ਉਹਦਾ ਮੈਕੈਨਿਜ਼ਮ ਕੀ ਹੈ? ਫਿਰ ਆਪ ਜਾ ਕੇ ਕੌਣ ਕਰੇਗਾ ਤੁਹਾਡੇ ਚੋਂ? ਉਹਦੀ ਲਾਇਬਿਲਿਟੀ ਕੀ ਹੋਏਗੀ? ਜੇ ਡਿਪੂ ਹੋਲਡਰ ਜਿਹੜਾ ਹੈਗਾ ਇਹ ਕੰਮ ਸਹੀ ਨਹੀਂ ਕਰਦਾ, ਉਹਦਾ ਲਾਇਸੈਂਸ ਰੱਦ ਹੋ ਜਾਂਦਾ। ਜਿਹੜਾ ਬੰਦਾ ਗਲਤ ਢੰਗ ਦੇ ਨਾਲ ਬੈਨੀਫਿਟ ਲੈਂਦਾ ਉਹਦੇ ਉੱਤੇ ਕੋਈ ਕੇਸ ਰਜਿਸਟਰ ਹੋ ਜਾਂਦਾ। ਲੇਕਿਨ ਤੁਹਾਡੇ ਕੋਲੇ ਕਿਹੜਾ ਮੈਕੈਨਿਜ਼ਮ ਆ? ਤੁਹਾਡੇ ਵਰਕਰ ਜਾ ਕੇ ਦੇ ਕੇ ਆਉਣਗੇ ਉਹਨਾਂ ਦੀ ਜਿਹੜੀ ਸਟੈਚੂਟਰੀ ਲਾਇਬਿਲਿਟੀ ਹੈਗੀ ਆ, ਲੀਗਲ ਲਾਇਬਿਲਿਟੀ ਆ, ਕੀ ਹੈ ਫਿਰ ਉਹਨਾਂ ਦੀ? ਤੋ ਇਸ ਦੇ ਨਾਲ ਕੀ ਹੋਇਆ ਕਿ ਇੱਕ ਸਬਸਟੀਟਿਊਸ਼ਨ ਜਿਹੜਾ ਸੀ ਲਾਇਸੈਂਸ ਹੋਲਡਰਸ ਦਾ, ਉਹਨਾਂ ਨੇ ਪਰਾਂ ਕਰਤਾ। ਜਦੋਂ ਤੁਸੀਂ ਆਲ ਆਫ ਏ ਸਡਨ ਉਹਨੂੰ ਠੀਕ ਕਰਨ ਦੀ ਬਜਾਏ ਤੁਸੀਂ ਬਿਲਕੁਲ ਬਦਲਦੇ ਹੋ, ਤਾਂ ਉਹਨਾਂ ਦਾ ਰੁਜ਼ਗਾਰ ਤਾਂ ਜਾਂਦਾ ਹੀ ਆ। ਉਹ ਸਾਰੇ ਪੋਲੀਟੀਕਲ ਬੰਦੇ ਨੇ, 60-70% ਤੋਂ ਵੀ ਜ਼ਿਆਦਾ ਡਿਪੂ ਹੋਲਡਰ ਐਮਸੀਜ਼ ਦੇ ਰਿਸ਼ਤੇਦਾਰ ਨੇ ਜਾਂ ਖੁਦ ਐਮਸੀਜ਼ ਨੇ ਵਗੈਰਾ ਵਗੈਰਾ। ਉਹਨੂੰ ਸਾਰੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਐਮਐਲਏ ਦੇ ਨਾਲ ਲਿੰਕਡ ਹੁੰਦੇ ਆ। ਜਦੋਂ ਉਹਨਾਂ ਦਾ ਰੁਜ਼ਗਾਰ ਠੱਪ ਹੁੰਦਾ ਤਾਂ ਨੈਚੁਰਲੀ ਉਹਨਾਂ ਨੇ ਚੁਣੌਤੀ ਤਾਂ ਇਸ ਨੂੰ ਦੇਣੀ ਸੀ। ਲੇਕਿਨ ਇਹ ਮੋਸਟ ਲਾਈਕਲੀ, ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਆ, ਇਹ ਇੰਟਰਮ ਸਟੇ ਹੋਏਗਾ। ਉਸ ਤੋਂ ਬਾਅਦ ਜਦੋਂ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਤੇ ਸਰਕਾਰ ਉਹਦੀ ਲੀਗੈਲਿਟੀ ਆਪਣੇ ਐਕਟ ਦੀ ਦੱਸੇਗੀ, ਵੈਲਿਡਿਟੀ ਦੱਸੇਗੀ, ਫਿਰ ਅੱਗੇ ਜਾ ਕੇ ਨਿਰਣਾ ਹੋਏਗਾ ਕਿ ਇਹ ਸਟੇ ਜਿਹੜੀ ਹੈਗੀ ਆ ਉਹ ਅੱਗੇ ਰੈਗੂਲਰਾਈਜ਼ ਹੁੰਦੀ ਆ, ਕੰਟੀਨਿਊ ਹੁੰਦੀ ਆ, ਜਾਂ ਇਹ ਸਟੇ ਟੁੱਟ ਜਾਂਦੀ ਆ। ਜਿੱਦਾਂ ਐਕਸ ਪਾਰਟੀ ਸਟੇ ਆ, ਇੱਕ ਪਾਰਟੀ ਨੇ ਜਾ ਕੇ ਆਪਣਾ ਪੱਖ ਦੱਸਿਆ ਤੇ ਉਹਦਾ ਪੱਖ ਸਰਕਾਰ ਦਾ ਸੁਣਨ ਤੋਂ ਪਹਿਲਾਂ ਉਹਨਾਂ ਨੇ ਸਟੇ ਕੀਤਾ।
ਹੁਣ ਇਹਦੇ ਵਿੱਚ ਨੁਕਸਾਨ ਜਿਹੜਾ ਹੈਗਾ ਕੁਝ ਸਮੇਂ ਦੇ ਲਈ ਜਿਹੜਾ ਹੈਗਾ ਜ਼ਿਆਦਾ ਪੁਰਾਣਾ ਸਿਸਟਮ ਰਿਸਟੋਰ ਹੋਏਗਾ ਜਿਹੜਾ ਪਹਿਲਾਂ ਚੱਲ ਰਿਹਾ ਸੀ, ਜਾਂ ਬੈਨੀਫੀਸ਼ਰੀ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਜਿੰਨੀ ਦੇਰ ਤੱਕ ਇਨ ਪਲੇਸ ਨਹੀਂ ਕਰਦੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਸ ਜਿਹੜਾ ਹੈ ਮੁੱਦੇ ਨੂੰ, ਇਸ ਡਿਸਪਿਊਟ ਨੂੰ। ਸੁਖਵਿੰਦਰ ਜੀ, ਘਰ ਘਰ ਆਟਾ ਵੰਡਣ ਦੀ ਜਿਹੜੀ ਸਕੀਮ ਉਹ 1 ਅਕਤੂਬਰ ਤੋਂ ਸ਼ੁਰੂ ਕਰਨੀ ਸੀ, ਤਕਰੀਬਨ 15-16 ਦਿਨ ਰਹਿ ਗਏ ਨੇ। ਉਹ ਤੋਂ ਪਹਿਲਾਂ ਹੁਣ ਸਰਕਾਰ ਕਿਸ ਤਰ੍ਹਾਂ ਇਹਦਾ ਜਵਾਬ ਅੱਗੇ ਦਾਖਲ ਕਰਦੀ ਹੈ ਤਾਂ ਦੇਖਣ ਵਾਲਾ ਹੋਏਗਾ। ਪਰ ਪ੍ਰੋਫੈਸਰ ਸਾਹਿਬ, ਇੱਕ ਹੋਰ ਇਹਦੇ ਤੇ ਸਵਾਲ ਖੜਾ ਹੁੰਦਾ ਨਾ ਕਿ ਜਦੋਂ ਡਿਪੂ ਹੋਲਡਰਾਂ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਲੂਪ ਹੋਲ, ਜਿਵੇਂ ਕੋਈ ਵੀ ਸਰਕਾਰੀ ਸਕੀਮ ਹੈ ਉਹ ਚ ਲੂਪ ਹੋਲ ਰਹਿ ਜਾਂਦੇ ਨੇ ਜਾਂ ਫਿਰ ਜਾਣਬੁੱਝ ਕੇ ਛੱਡ ਦਿੱਤੇ ਜਾਂਦੇ ਨੇ, ਉਹ ਸਾਰੀਆਂ ਧਾਂਦਲੀਆਂ ਚੱਲਦੀਆਂ ਨੇ। ਜਦੋਂ ਸਿਸਟਮ 'ਚ ਤਬਦੀਲੀ ਦੀ ਗੱਲ ਆਉਂਦੀ ਹੈ ਕਿ ਕੁਝ ਨਵੇਂ ਸਿਸਟਮ ਨੂੰ ਲਿਆ ਕੇ ਉੱਤੇ ਖੜਾ ਕਰਨਾ ਹੈ, ਜੇ ਇਹ ਸਿਸਟਮ ਆਇਆ ਇਹ ਵੀ ਨਵਾਂ ਸੀ, ਜੇ ਇਹਦੀ ਥਾਂ ਤੇ ਜੇ ਲੱਗਦਾ ਕਿ ਇਹਦੇ ਵਿੱਚ ਕੁਝ ਖਾਮੀਆਂ ਨੇ ਤਾਂ ਨਵਾਂ ਸਿਸਟਮ ਖੜਾ ਕਰਨ ਦੇਣਾ ਸਰਕਾਰ ਨੂੰ ਚਾਹੀਦਾ, ਜਾਂ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰਦੀ ਹੈ। ਪਰ ਜਦੋਂ ਇਸ ਤਰ੍ਹਾਂ ਦਾ ਪ੍ਰੈਸ਼ਰ ਬਿਲਡ ਹੋ ਜਾਂਦਾ ਫਿਰ ਉਹਨੂੰ ਕਿੱਦਾਂ ਦੇਖਿਆ ਜਾਵੇ ਕਿ ਇੱਕ ਤਰੀਕੇ ਦਾ ਏਦਾਂ ਹੁੰਦਾ ਕਿ ਇਹ ਵੀ ਇੱਕ ਨੈਕਸਸ ਬਣਿਆ ਹੁੰਦਾ ਜਿਹੜਾ ਨਹੀਂ ਚਾਹੁੰਦਾ ਕਿ ਸਰਕਾਰ ਆਪਣੀ ਉਸ ਨੀਤੀ ਨੂੰ ਸਾਹਮਣੇ ਲੈ ਕੇ ਆਵੇ ਜਿਹਦੇ ਨਾਲ ਸਰਕਾਰ ਦੀ ਛਵੀ ਚੰਗੀ ਹੁੰਦੀ ਹੈ। ਦੇਖੋ, ਪਤਾ ਕੀ ਹੈਗਾ, ਜੇ ਆਪਾਂ ਇਸ ਦ੍ਰਿਸ਼ਟੀਕੋਣ ਤੋਂ ਲਈਏ ਨਾ ਕਿ ਹਰ ਸਰਕਾਰ ਨੇ ਆ ਕੇ ਪੁਰਾਣੀਆਂ ਸਰਕਾਰਾਂ ਦੀਆਂ ਕੀਤੀਆਂ ਹੋਈਆਂ ਨੀਤੀਆਂ ਬਣਾਈਆਂ ਜਿਹੜੀਆਂ ਹੈਗੀਆਂ ਫੈਸਲੇ ਉਹਨਾਂ ਸਾਰਿਆਂ ਨੂੰ ਉਲਟਾਉਣਾ ਹੀ ਆ, ਤਾਂ ਫਿਰ ਇਹ ਸਿਸਟਮ ਡੈਮੋਕ੍ਰੇਸੀ ਦੇ ਵਿੱਚ ਬਹੁਤਾ ਵਧੀਆ ਨਹੀਂ ਹੁੰਦਾ। ਜਿਹੜਾ ਸਿਸਟਮ ਆਲਰੇਡੀ ਜੇ ਠੀਕ ਚੱਲ ਰਿਹਾ ਜਾਂ ਜਿੰਨੇ ਕੁ ਉਹਦੇ ਵਿੱਚ ਗੜਬੜਾ ਉਹਨਾਂ ਕੁ ਬਦਲਾਵ ਕਰ ਦਿਓ। ਜਿੱਥੇ ਤੱਕ ਉਹ ਸਿਸਟਮ ਠੀਕ ਚੱਲ ਰਿਹਾ ਉੱਥੇ ਤੱਕ ਉਸ ਨੂੰ ਐਕਸੈਪਟ ਕਰ ਲਓ। ਜਿੱਥੇ ਜਿੱਥੇ ਲੂਪ ਹੋਲ ਜਾ ਰਹੇ ਆ, ਲੈਪਸਸ ਆ ਰਹੇ ਆ, ਜਿੱਥੇ ਐਕਸਪਲੋਇਟ ਹੋ ਰਿਹਾ ਉਹਨੇ ਹਿੱਸੇ ਨੂੰ ਤੁਸੀਂ ਪਲੱਗ ਕਰ ਦਿਓ, ਠੀਕ ਹੈ ਨਹੀਂ। ਜਿਹੜੀ ਚੀਜ਼ ਇਹ ਹੈਗੀ ਆ ਕਿ ਇੱਕ ਚੀਜ਼ ਨੂੰ ਤੁਸੀਂ ਰੀਪਲੇਸ ਕਰਤਾ, ਰੀਪਲੇਸਮੈਂਟ ਤੋਂ ਬਾਅਦ ਜਿਹੜੀ ਨਵੀਂ ਚੀਜ਼ ਆਈ ਆ ਉਹਦੇ ਵਿੱਚ ਵੀ ਉਸੇ ਤਰ੍ਹਾਂ ਦੇ ਲੈਪਸਸ, ਲਾਇਬਿਲਿਟੀ ਕਿਸ ਤਰ੍ਹਾਂ ਫਿਕਸ ਕਰਾਂਗੇ, ਕੌਣ ਆਏਗਾ ਉਸ ਦੇ ਅੱਗੇ? ਜੇ ਫੂਡ ਸਪਲਾਈ ਡਿਪਾਰਟਮੈਂਟ ਦੇ ਬੰਦਿਆਂ ਨਹੀਂ ਆਣਾ ਤਾਂ ਉਹਨਾਂ ਦੇ ਕੋਲੇ ਤਾਂ ਡਿਪੂ ਹੋਲਡਰ ਤੋਂ ਇਲਾਵਾ ਹੋਰ ਕੋਈ ਮੈਨ ਪਾਵਰ ਹੈ ਨਹੀਂ। ਡਿਪੂ ਹੋਲਡਰ ਨੂੰ ਜਦੋਂ ਲਾਇਸੈਂਸ ਇਸ਼ੂ ਕੀਤਾ ਜਾਂਦਾ ਉਸ ਦੇ ਉੱਤੇ 100 ਤਰ੍ਹਾਂ ਦੀਆਂ ਸੈਂਕਸ਼ਨਸ ਲੱਗੀਆਂ ਹੁੰਦੀਆਂ ਨੇ ਤੇ ਡਿਪੂ ਹੋਲਡਰ ਦਾ ਸਾਰੇ ਪਰਿਵਾਰ ਦਾ ਰੁਜ਼ਗਾਰ ਇਹਦੇ ਉੱਤੇ ਖੜਾ ਹੁੰਦਾ। ਹੁਣ ਜਦੋਂ ਉਸ ਦਾ ਤੁਸੀਂ ਲਾਇਸੈਂਸ ਰੋਕਦੇ ਹੋ ਉਹਦੇ ਤਾਂ ਕਈ ਮਹੀਨਿਆਂ ਦੇ ਲਈ ਜਿਹੜੀਆਂ ਹੈਗੀਆਂ ਨੇ ਅੱਖਾਂ ਅੱਗੇ ਹਨੇਰਾ ਆ ਜਾਂਦਾ। ਇਸ ਕਰਕੇ ਕੋਈ ਵੀ ਬੰਦਾ ਆਪਣੀ ਇਸ ਤਰ੍ਹਾਂ ਦੀ ਲਾਇਸੈਂਸਿੰਗ ਜਿਹੜੀ ਹੈ ਉਹਨੂੰ ਜਿਹੜਾ ਹੈ ਨੁਕਸਾਨ ਝੱਲਣ ਦੇ ਸਮਰੱਥ ਨਹੀਂ ਹੋਏਗਾ। ਹੁਣ ਤੁਸੀਂ ਲੈ ਕੇ ਕੀ ਆਏ ਹੋ ਉਸ ਦੇ ਮੁਕਾਬਲੇ? ਤੇ ਸਿਰਫ ਇਸ ਕਰਕੇ ਕਿ ਬਦਲਾਵ ਦੀ ਪਾਰਟੀ ਆ ਇਸ ਕਰਕੇ ਅਸੀਂ ਬਦਲਾਅ ਲੈ ਕੇ ਆਉਣਾ, ਇਹ ਕੋਈ ਜ਼ਰੂਰੀ ਚੀਜ਼ ਨਹੀਂ ਹੁੰਦੀ। ਬਦਲਾਵ ਦਾ ਮਤਲਬ ਇਹ ਹੈਗਾ ਕਿ ਲੋਕਾਂ ਨੂੰ ਬਿਲਕੁਲ ਕਾਨੂੰਨੀ ਤੌਰ ਦੇ ਉੱਤੇ ਠੀਕ ਤਰ੍ਹਾਂ ਦੇ ਨਾਲ ਚੀਜ਼ਾਂ ਜਿਹੜੀਆਂ ਸਾਰੀਆਂ ਮੁਹੱਈਆ ਹੋਣੀਆਂ ਚਾਹੀਦੀਆਂ ਨੇ। ਜੋ ਸਰਕਾਰ ਦੀ ਨੀਤੀ ਟੌਪ ਤੇ ਬਣਦੀ ਆ, ਜਿਹੜਾ ਲਾਈਨ ਦੇ ਵਿੱਚ ਆਖਰੀ ਬੰਦਾ ਖੜਾ ਉਸ ਦਾ ਬੈਨੀਫਿਟ ਉਸ ਤੱਕ ਪਹੁੰਚਣਾ ਚਾਹੀਦਾ। ਪਰ ਇਹਦੇ ਵਿੱਚ ਜੋ ਵੀ ਹੈਗੀ ਆ ਅਵੇਅਰਨੈਸ ਲੋਕਾਂ ਦੀ, ਜਿਹੜੇ ਪਾਰਟੀ ਦੇ ਵਰਕਰਸ ਨੇ ਉਹਨਾਂ ਦੀ, ਉਹ ਸਾਰੇ ਕ੍ਰਾਸ ਚੈੱਕ ਬਿਲਕੁਲ ਠੀਕ ਨੇ। ਪਰ ਇਹਦੇ ਵਿੱਚ ਉਨਾ ਕੁ ਬਦਲਾਵ ਕਰੋ ਜਿੰਨਾ ਕੁ ਬਦਲਾਵ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ਾਂ ਖੁਰ ਰਹੀਆਂ ਨੇ। ਜੇ ਕੋਈ ਟਰੱਕ ਵੇਚੇ ਜਾ ਰਹੇ ਆ ਉਹਦੇ ਤੇ ਪਲੱਗਿੰਗ ਕੀਤੀ ਜਾਵੇ, ਉਹਦਾ ਲਾਇਸੈਂਸ ਰੱਦ ਕੀਤਾ ਜਾਵੇ, ਉਹਦੇ ਤੇ ਕੇਸ ਰਜਿਸਟਰ ਕੀਤਾ ਜਾਵੇ। ਜੇ ਕੋਈ ਗਲਤ ਬੰਦਾ ਲੈ ਰਿਹਾ ਉਹਦੀ ਸਕਰੀਨਿੰਗ ਕੀਤੀ ਜਾਵੇ, ਸਕੂਟਨਾਈਜ਼ ਕੀਤਾ ਜਾਵੇ ਕਿ ਆਟਾ ਦਾਲ ਸਕੀਮ ਜਿਹੜੀ ਹੈ ਇਹਦੇ ਵਿੱਚ ਕਿਹੜੇ ਅਜਿਹੇ ਲੋਕ ਹਨ ਜਿਹੜੇ ਬੈਨੀਫਿਸ਼ਰੀ ਬਣਨਾ ਡਿਜ਼ਰਵ ਨਹੀਂ ਕਰਦੇ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇੰਨਾ ਕੁ ਓਵਰਹਾਲਿੰਗ ਜ਼ਰੂਰੀ ਹੈ। ਬਾਕੀ ਸਾਰੀ ਚੀਜ਼ ਜਿਹੜੀ ਹੈਗੀ ਆ ਨਾ ਜੋ ਸਿਸਟਮ ਦੇ ਵਿੱਚ ਬਣਾਈ ਹੋਈ ਆ, ਹੁਣ ਕੀ ਹੈ ਜੇ ਸਪੋਜ਼ ਕਰ ਲਓ ਜਿਹੜਾ ਤੁਸੀਂ ਵਿਕਲਪ ਲੈ ਕੇ ਆਏ ਹੋ ਉਹਦੀ ਲੈਜੀਟੀਮੇਸੀ ਵੀ ਕੋਈ ਨਹੀਂ ਹੈ ਕਿਉਂਕਿ ਉਹ ਹਾਈ ਕੋਰਟ ਦੇ ਵਿੱਚ ਤਾਂ ਉੱਡੇਗਾ ਹੀ ਜੀ। ਇਸ ਕਰਕੇ ਜਿਹੜਾ ਹੈਗਾ ਤੋ ਜਿਹੜੀਆਂ ਚੀਜ਼ਾਂ ਨੇ ਉਸ ਨੂੰ ਪਹਿਲਾਂ ਦੇਖੋ, ਆਪਣਾ ਬਹੁਤ ਅੱਛੇ ਐਡਵੋਕੇਟ ਜਨਰਲ ਨੇ ਵਿਨੋਦ ਕਹੀ ਕਿ ਜਦੋਂ ਕੋਈ ਚੀਜ਼ਾਂ ਤੁਸੀਂ ਰਿਪਲੇਸ ਕਰਦੇ ਹੋ ਤੁਸੀਂ ਉਹਦੀ ਲੀਗੈਲਿਟੀ ਨੂੰ ਇੱਕ ਦਫਾ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚੋਂ ਜਾਂ ਜਿਹੜੇ ਹੋਰ ਤੁਹਾਡੇ ਕੋਲ ਨੀਤੀ ਘਾੜੇ ਨੇ ਉਹਨਾਂ ਤੋਂ ਚੰਗੀ ਤਰ੍ਹਾਂ ਅਸੈਸ ਕਰਾਓ। ਦੇਖੋ ਜਦੋਂ ਨਾ ਫਿਰ ਕਿਰਕਰੀ ਬਹੁਤ ਹੁੰਦੀ ਆ। ਜਦੋਂ ਇੱਕ ਤੁਸੀਂ ਨੀਤੀ ਰਿਪਲੇਸ ਕਰ ਦਿੰਦੇ ਹੋ 1 ਅਕਤੂਬਰ ਤੋਂ ਲਾਗੂ ਹੋਣੀ ਸੀ, ਹਾਈ ਕੋਰਟ ਮਾਨਯੋਗ ਨੇ ਉਸ ਨੂੰ ਜਿਹੜਾ ਸਟੇ ਕਰ ਦਿੱਤਾ। ਜੇ ਕੱਲ ਨੂੰ ਮੰਨ ਲਓ ਡਿਮੋਲਿਸ਼ ਕਰ ਦਿੰਦੇ ਆ, ਹਾਈ ਕੋਰਟ ਡਿਸਮਿਸ ਕਰ ਦਿੰਦੀ ਹੈ ਇਸ ਨੀਤੀ ਨੂੰ, ਫਿਰ ਕਿਰਕਰੀ ਬਹੁਤ ਹੁੰਦੀ ਆ। ਫਿਰ ਇਹਦਾ ਇੰਪ੍ਰੈਸ਼ਨ ਇਹ ਜਾਂਦਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਬਿਲਕੁਲ ਇਮੈਚੁਰ ਆ। ਬਿਲਕੁਲ, ਪਿਛਲੇ ਦਿਨੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ। ਇੱਕ ਬੰਦਾ ਮਰਸੀਡੀਜ਼ ਦੇ ਵਿੱਚ ਜਦੋਂ ਆਟਾ ਦਾਲ ਸਕੀਮ ਦਾ ਜਿਹੜਾ ਕਣਕ ਲੈ ਕੇ ਜਾਂਦਾ, ਉਹਨੂੰ ਲੈ ਕੇ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਦੀ ਇਨਕੁਆਇਰੀ ਹੋਏਗੀ। ਉਹ ਪਰਿਵਾਰ ਕਹਿੰਦਾ ਕਿ ਸਾਡੇ ਰਿਸ਼ਤੇਦਾਰ ਦੀ ਗੱਡੀ ਆ। ਇਨਕੁਆਇਰੀ ਕਿਹਦੀ ਹੋਣੀ ਸੀ ਕਿ ਜਿੰਨੇ ਵੀ ਆਟਾ ਦਾਲ ਜਿਹੜੀ ਇਸ ਰਾਸ਼ਨ ਵੰਡ ਸਕੀਮ ਦੇ ਤਹਿਤ ਜਾਲੀ ਕਾਰਡ ਬਣੇ ਨੇ ਉਹਨਾਂ ਦੇ ਉੱਤੇ ਕਿਸੇ ਨਾ ਕਿਸੇ ਢੰਗ ਦੇ ਨਾਲ ਸ਼ਿਕੰਜਾ ਕੱਸਿਆ ਜਾਏ। ਪਰ ਸਰਕਾਰ ਦੀਆਂ ਜਿੱਥੇ ਵੋਟਾਂ ਟੁੱਟਦੀਆਂ ਹੋਣ ਉੱਥੇ ਇਹੋ ਜਿਹੀਆਂ ਇਨਕੁਆਇਰੀਆਂ ਜਿਹੜੀਆਂ ਉਹ ਲੱਕ ਤੋੜ ਜਾਂਦੀਆਂ ਨੇ। ਪ੍ਰੋਫੈਸਰ ਸਾਹਿਬ, ਹੁਣ ਮੇਰੇ ਧਿਆਨ 'ਚ ਇੱਕ ਹੋਰ ਮਸਲਾ ਆ ਰਿਹਾ ਸੀ ਕਿਉਂਕਿ ਤੁਸੀਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋ। ਇੱਕ ਹੋਰ ਮਸਲਾ ਜਿਹੜਾ ਲਾ ਅਫਸਰਾਂ ਦਾ ਐਸਸੀ ਕੋਟੇ ਦੇ ਵਿੱਚੋਂ ਉਹਨੂੰ ਵੀ ਚੁਣੌਤੀ ਦਿੱਤੀ ਹੋਈ ਹੈ। ਉਹ ਮਸਲਾ ਕੀ ਹੈ ਉਹ ਵੀ ਥੋੜਾ ਜਿਹਾ ਸਮਝਾਇਓ ਕਿ ਉਹਦਾ ਹੱਲ ਕੀ ਆ,
ਕੀ ਸਰਕਾਰ ਨੇ ਕੋਈ ਕਾਹਲੀ ਦੇ ਵਿੱਚ ਇਹ ਫੈਸਲਾ ਲੈ ਲਿਆ ਕਿ ਵਿਰੋਧ ਤੋਂ ਬਚਿਆ ਜਾਵੇ ਐਸੀ ਭਾਈਚਾਰੇ ਦੇ? ਦੇਖੋ, ਇਸ ਤਰ੍ਹਾਂ ਹੈਗਾ ਸੁਖਵਿੰਦਰ ਜੀ ਕਿ ਜਿਹੜੇ ਐਡਵੋਕੇਟ ਜਨਰਲ ਆਫਿਸ ਦੇ ਵਿੱਚ 3 ਤਰ੍ਹਾਂ ਦੇ ਜਿਹੜੇ ਹੈਗੇ ਆ ਲੀਗਲ ਆਫਿਸਰ ਹੁੰਦੇ ਆ, ਜਿਹੜੇ ਕੋਰਟਸ ਦੇ ਵਿੱਚ ਅਟੈਂਡ ਕਰਦੇ ਆ ਸਰਕਾਰ ਦੇ ਵਿਰੁੱਧ ਜਿੰਨੇ ਵੀ ਕੇਸ ਆਉਂਦੇ ਆ। ਇੱਕ ਨੂੰ ਤਾਂ ਕਹਿੰਦੇ ਆ ਜੀ ਐਡੀਸ਼ਨਲ ਐਡਵੋਕੇਟ ਜਨਰਲ। ਪਹਿਲਾਂ ਸਭ ਤੋਂ ਪਹਿਲਾਂ ਐਡਵੋਕੇਟ ਜਨਰਲ ਹੁੰਦਾ ਪੈਕਸ ਦੇ ਟੌਪ ਤੇ, ਉਸ ਤੋਂ ਬਾਅਦ ਐਡੀਸ਼ਨਲ ਐਡਵੋਕੇਟ ਜਨਰਲ ਹੁੰਦੇ ਆ ਜਿਨ੍ਹਾਂ ਦੀ ਗਿਣਤੀ 15-20 ਦੇ ਆਸ-ਪਾਸ ਹੋ ਸਕਦੀ ਹੈ। ਉਸ ਤੋਂ ਬਾਅਦ ਹੁੰਦੇ ਆ ਜੀ ਡਿਪਟੀ ਐਡਵੋਕੇਟ ਜਨਰਲ, ਫਿਰ ਉਸ ਤੋਂ ਨੀਚੇ ਹੁੰਦੇ ਆ ਜੀ ਅਸਿਸਟੈਂਟ ਐਡਵੋਕੇਟ ਜਨਰਲ। ਇਹ ਕਿਉਂਕਿ ਕੋਈ ਪਰਮਾਨੈਂਟ ਕਾਡਰ ਨਹੀਂ ਹੈ, ਇਹਨਾਂ ਦੇ ਉਸ ਤਰ੍ਹਾਂ ਦੀ ਕੋਈ ਜਿਹੜੀ ਹੈਗੇ ਨਾ ਜੀ ਸਿਵਲ ਸਰਵਿਸ ਰੂਲਸ ਜਾਂ ਕੋਈ ਰਿਜ਼ਰਵੇਸ਼ਨ ਪਾਲਿਸੀ ਜਾਂ ਦਿਸ ਦੈਟ ਇਸ ਤਰ੍ਹਾਂ ਦਾ ਨਹੀਂ ਹੁੰਦਾ ਇਹਨਾਂ ਦਾ ਹੁੰਦਾ ਸਿਸਟਮ। ਇਹ ਸਰਕਾਰ ਦੇ ਜਿਹੜੇ ਪਿਕ ਐਂਡ ਚੂਜ਼ ਹੁੰਦੇ ਆ, ਜਿਹੜੇ ਉਹਨਾਂ ਦੇ ਸਰਕਾਰ ਨੂੰ ਠੀਕ ਲੱਗਦੇ ਆ ਬੰਦੇ, ਜਾਂ ਕੁਝ ਐਡਵੋਕੇਟ ਜਨਰਲ ਨੂੰ ਜਿਹੜੇ ਅੱਛੇ ਲੱਗਦੇ ਹੈਗੇ ਆ, ਕਿਉਂਕਿ ਸਰਕਾਰ ਨੂੰ ਡਿਪੈਂਡ ਕਰਨਾ ਹੁੰਦਾ। ਇਹ ਕੋਈ ਪਰਮਾਨੈਂਟ ਕਾਡਰ ਨਹੀਂ ਹੈ। ਸਰਕਾਰ ਇੱਕ ਸਾਲ ਦੇ ਲਈ ਉਹਨਾਂ ਨੂੰ ਕੰਟਰੈਕਟ ਦੇ ਕਰਦੀ ਹੈ, ਕੋਈ ਬੰਦਿਆਂ ਨੂੰ ਜ਼ਿਆਦਾ ਵੀ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਐਕਸਟੈਂਸ਼ਨਸ ਹੁੰਦੀਆਂ ਰਹਿੰਦੀਆਂ ਨੇ। ਲੇਕਿਨ ਜਿਹੜਾ ਐਕਟ ਹੈਗਾ 2006 ਦਾ ਸ਼ਡਿਊਲ ਕਾਸਟ ਪੰਜਾਬ ਦਾ, ਪੰਜਾਬ ਸ਼ਡਿਊਲ ਕਾਸਟ ਐਕਟ 2006, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੋਇਆ ਵੀ ਜਿਹੜੇ ਬੰਦੇ ਅਸੀਂ ਡੇਲੀ ਵੇਜਸ ਵੀ ਕਰਦੇ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਨਾ ਰਿਜ਼ਰਵੇਸ਼ਨ ਦਾ ਬੈਨੀਫਿਟ ਐਕਸਟੈਂਡ ਉੱਥੇ ਹੋਣਾ ਚਾਹੀਦਾ। ਤਾਂ ਬਾਈ ਵਰਚੂ ਆਫ ਦੈਟ ਜਦੋਂ ਇਹ 1 ਸਾਲ ਲਈ ਹੈਗਾ ਜਾਂ 2 ਸਾਲ ਲਈ ਹੈਗਾ ਜਾਂ 5 ਸਾਲ ਦੇ ਲਈ ਜਿੰਨੀ ਦੇਰ ਸਰਕਾਰ ਆ ਉਦੋਂ ਤੱਕ ਦਾ ਰੱਖਿਆ ਹੋਇਆ ਟਿਲ ਦੀ ਟੈਨਿਓਰ ਆਫ ਦਿਸ ਗਵਰਨਮੈਂਟ, ਤਾਂ ਫਿਰ ਜਿਹੜਾ ਹੈਗਾ ਉਸੇ ਐਕਟ ਦੀ ਐਕਸਟੈਂਸ਼ਨ ਦੇ ਵਿੱਚ ਉਹਨਾਂ ਨੇ ਇਹ ਫਾਰਮੂਲਾ ਜਿਹੜਾ ਹੈਗਾ ਪ੍ਰਿੰਸੀਪਲ ਜਿਹੜਾ ਸਿਧਾਂਤ ਜਿਹੜਾ ਐਕਸਟੈਂਡ ਕੀਤਾ ਹੋਏਗਾ ਕਿ ਇਹਦੇ ਵਿੱਚ ਵੀ ਰਿਜ਼ਰਵੇਸ਼ਨ ਨੂੰ ਥੋੜਾ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਆਮ ਤੌਰ ਦੇ ਉੱਤੇ ਜਿੱਥੇ ਲੰਬੇ ਦੌਰ ਦੀਆਂ ਪੋਸਟਾਂ ਨੇ 10 ਸਾਲ 20 ਸਾਲ 30 ਸਾਲ ਜਿੱਥੇ ਕਾਡਰ ਹੁੰਦਾ ਉੱਥੇ ਰਿਜ਼ਰਵੇਸ਼ਨ ਐਕਸਟੈਂਡ ਹੁੰਦੀ ਆ ਗਵਰਨਮੈਂਟ ਦੀ। ਇਹ ਕਿਉਂਕਿ ਇੰਪੈਨਲਮੈਂਟ ਹੈਗੀ ਆ। ਇੰਪੈਨਲਮੈਂਟ ਦਾ ਮਤਲਬ ਕਿ ਕਿਸੇ ਬੰਦੇ ਨੂੰ ਤੁਸੀਂ ਡੀ ਇੰਪੈਨਲ ਵੀ ਕਰ ਸਕਦੇ ਹੋ, ਕਿਸੇ ਬੰਦੇ ਨੂੰ ਨਵੇਂ ਨੂੰ ਵੀ ਉਹਦੇ ਵਿੱਚ ਲੈ ਕੇ ਆ ਸਕਦੇ ਹੋ। ਤਾਂ ਉਸ ਕਰਕੇ ਜਾਂ ਤਾਂ ਇਹਨਾਂ ਨੂੰ ਇਹ ਕਰਨਾ ਪਏਗਾ, ਫਿਰ ਇਕੱਲਾ ਐਸਸੀ ਨਹੀਂ ਹੋਏਗਾ ਤੇ ਜਿਹੜੀਆਂ ਬਾਕੀ ਰਿਜ਼ਰਵੇਸ਼ਨ ਨੇ ਨਾ ਉਹ ਵੀ ਤੁਹਾਨੂੰ ਕਰਨੀਆਂ ਪੈਣਗੀਆਂ। ਟੋਟਲ ਕਾਡਰ ਫਿਕਸ ਕਰਨਾ ਪਏਗਾ, ਉਹਦੇ ਵਿੱਚ ਐਕਸ ਸਰਵਿਸਮੈਨ ਵੀ ਲੈਣੇ ਪੈਣਗੇ, ਉਹਦੇ ਵਿੱਚ BC ਵੀ ਲੈਣੇ ਪੈਣਗੇ, ਉਹਦੇ ਵਿੱਚ ਇਕਨੋਮਿਕਲੀ ਵੀਕਰ ਸੈਕਸ਼ਨ ਵੀ ਲੈਣਾ ਪਏਗਾ, ਫਰੀडम ਫਾਈਟਰ ਵੀ ਲੈਣਾ ਪਏਗਾ, ਸਪੋਰਟਸ ਕੋਟਾ ਵੀ ਆਏਗਾ, ਫਿਰ ਸਾਰਾ ਵਿਧਾਨ ਹੀ ਆਏਗਾ। ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਜਿਹੜੀਆਂ ਜਿਵੇਂ ਵਿਮਨ ਕੋਟਾ ਹੈਗਾ ਫਿਰ ਉਹ ਵੀ ਆਏਗਾ 33%। ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਰਿਜ਼ਰਵੇਸ਼ਨ ਆ ਉਹਦੇ ਵਿੱਚ ਨਹੀਂ ਆਏਗਾ। ਫਿਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਇੱਕ ਪਾਰਟਿਕੂਲਰ ਕੈਟੇਗਰੀ ਨੂੰ ਐਕਸਟੈਂਡ ਕਰ ਦਿਓ, ਬਾਕੀ ਕੈਟੇਗਰੀਜ਼ ਨੂੰ ਓਵਰਲੁੱਕ ਕਰ ਦਿਓ, ਫਿਰ ਇਹ ਸਾਰਾ ਵਿਧਾਨ ਹੀ ਆਏਗਾ। ਲੇਕਿਨ ਇਸ ਪਾਰਟਿਕੂਲਰ ਕੇਸ ਦੇ ਵਿੱਚ ਕੇਵਲ ਇੱਕ ਪਾਰਟਿਕੂਲਰ ਕੈਟੇਗਰੀ ਨੂੰ ਹੀ ਐਕਸਟੈਂਡ ਕੀਤਾ ਗਿਆ। ਉਹਦੇ ਵਿੱਚ ST ਵੀ ਆ ਸਕਦੇ ਆ। ਫਿਰ ਜੇ ਪੰਜਾਬ ਦੇ ਵਿੱਚ ਕੋਈ ST ਮਿਲ ਗਿਆ, ਵੈਸੇ ਤਾਂ ST ਹੈਗੇ ਆ, ਸ਼ਡਿਊਲ ਟ੍ਰਾਈਬਸ ਹੈਗੇ ਆ, ਲੇਕਿਨ ਸ਼ਡਿਊਲ ਟ੍ਰਾਈਬਸ ਦਾ ਸਰਵੇ ਹੀ ਨਹੀਂ ਚੰਗੀ ਤਰ੍ਹਾਂ ਨਾਲ ਹੋਇਆ ਤੇ ਅਸੀਂ ਪੰਜਾਬ ਦੇ ਵਿੱਚ ਰੈਕਗਨਾਈਜ਼ ਨਹੀਂ ਕੀਤਾ ਉਹਨਾਂ ਨੂੰ ਵੀ ਸ਼ਡਿਊਲ ਟ੍ਰਾਈਬਸ ਪੰਜਾਬ ਦੇ ਵਿੱਚ ਹੈਗੇ ਆ। ਤੇ ਜੇ ਹੈਗੇ ਵੀ ਆ ਤਾਂ ਉਹਨਾਂ ਦੀ ਪੜ੍ਹਾਈ ਕਿੰਨੀ ਕੁ ਹੈਗੀ ਆ। ਤਾਂ ਸਾਰਾ ਰਿਜ਼ਰਵੇਸ਼ਨ ਆਏਗਾ। ਐਕਸਕਲੂਸਿਵਲੀ ਇੱਕ ਕੈਟੇਗਰੀ ਨੂੰ ਦੇਣਾ ਅਨੁਚਿਤ ਆ। ਜੇ ਲੈ ਕੇ ਆਉਣਾ ਤਾਂ ਸਾਰਾ ਸਿਸਟਮ ਲੈ ਕੇ ਆਓ, ਅਦਰਵਾਈਜ਼ ਜਿਹੜਾ ਇੰਪੈਨਲਮੈਂਟ ਜਿਸ ਤਰ੍ਹਾਂ ਪਹਿਲਾਂ ਟੈਨਿਓਰ ਬੇਸਡ ਹੁੰਦੀ ਆ ਉਸ ਤਰੀਕੇ ਦੀ ਹੋਏਗੀ। ਫਿਰ ਮੈਂ ਇਹ ਗੱਲ ਕਹਿਣਾ ਫਿਰ ਕੇਵਲ ਪੰਜਾਬ ਦੇ ਵਿੱਚ ਹੀ ਨਹੀਂ, ਫਿਰ ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਵਿੱਚ, ਈਵਨ ਇਨ ਸੁਪਰੀਮ ਕੋਰਟ ਦੇ ਵਿੱਚ ਵੀ ਫਿਰ ਇਹ ਹੋਣਾ ਚਾਹੀਦਾ। ਸੁਖਵਿੰਦਰ ਜੀ ਜੀ ਸਵਾਲ ਅਗਲਾ ਹੁਣ ਇਹ ਆ ਕਿ ਨਸ਼ਿਆਂ ਦਾ ਮਸਲਾ ਪ੍ਰੋਫੈਸਰ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ। ਮੈਂ ਦੇਖ ਰਿਹਾ ਸੀ ਕਿ ਪੁਲਿਸ ਜਿਹੜੀ ਹੈ ਉਹ ਅਕਸਰ ਜਦੋਂ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਉਹ ਤੋਂ ਬਾਅਦ ਐਕਟਿਵ ਹੁੰਦੀ ਹੈ। ਜਦੋਂ ਕੋਈ ਕਾਂਡ ਹੁੰਦਾ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਸਾਹਮਣੇ। ਨਸ਼ਿਆਂ ਦੇ ਮਸਲੇ ਵਿੱਚ ਕੀ ਹੁੰਦਾ ਹੈ ਕਿ ਪੁਲਿਸ ਦੀ ਅਗਲੇ ਦਿਨ ਹੀ ਫਿਰ ਸਵੇਰੇ ਸਵਖਤੇ 4 ਵਜੇ 3-4 ਵਜੇ ਛਾਪੇ ਮਾਰਨ ਲੱਗ ਜਾਂਦੀ ਹੈ। ਜਿਉਂ ਪਿੰਡਾਂ ਦੇ ਵਿੱਚ 11 ਪਿੰਡ ਫਰੋਲ ਤੇ ਜੀ ਅੱਜ ਅਸੀਂ ਘਰੋਂ ਘਰੀ ਛਾਪੇ ਵੱਜ ਗਏ, ਮਗਰ ਮੀਡੀਆ ਲਾਇਆ ਹੁੰਦਾ, ਪਰ ਨਿਕਲਦਾ ਕੀ ਆ ਕੁਝ ਗ੍ਰਾਮ, ਮਤਲਬ ਕਿ ਕੋਈ 5-7 ਗ੍ਰਾਮ ਹੈਰੋਇਨ 10 ਗ੍ਰਾਮ ਫੜ ਲਈ, ਆਉਂਦੀ ਕਿਲੋਆਂ ਦੇ ਵਿੱਚ ਆ ਤੇ ਮਿਲਦੀ ਜਿਹੜੀ ਆ ਉਹ ਗ੍ਰਾਮਾਂ ਦੇ ਵਿੱਚ ਆ। ਤੇ ਫੜੇ ਵੀ ਉਹੋ ਜਿਹੇ ਲੋਕ ਜਾਂਦੇ ਨੇ ਜਿਹੜੇ ਵਿਚਾਰੇ ਕੋ ਮਾੜਾ ਮੋਟਾ ਨਸ਼ਾ ਕਰਦੇ ਹੁੰਦੇ ਨੇ। ਹੁਣ ਵੀ ਸਰਕਾਰ ਹਰਕਤ ਦੇ ਵਿੱਚ, ਪੁਲਿਸ ਪ੍ਰਸ਼ਾਸਨ ਆਇਆ, ਪਰ ਸੰਤੁਸ਼ਟੀ ਦੀ ਨਜ਼ਰ ਨਹੀਂ ਆਉਂਦੀ ਲੋਕਾਂ ਨੂੰ ਇਸ ਮਸਲੇ ਦੇ ਨਾਲ, ਕਿਉਂਕਿ 6 ਮਹੀਨੇ ਤੋਂ ਉੱਤੇ ਹੋਣ ਵਾਲੇ ਹੋ ਗਏ ਤੇ ਸਰਕਾਰ ਹਾਲੇ ਵੀ ਨਸ਼ਿਆਂ ਦੇ ਮਸਲੇ ਦੇ ਉੱਤੇ, ਚਲੋ ਪਿਛਲੇ ਤਾਂ ਕਹਿੰਦੇ ਸੀ ਲੱਕ ਤੋੜਦਾ, ਇੱਧਰ ਤਾਂ ਲੱਕ ਵੀ ਟੁੱਟਦਾ ਨਜ਼ਰ ਨਹੀਂ ਆਉਂਦਾ। FIR ਦੀਆਂ ਗਿਣਤੀਆਂ ਜ਼ਰੂਰ ਵੱਧ ਰਹੀਆਂ ਨੇ, ਹਰ ਹਫਤੇ ਅੰਕੜਾ ਆ ਜਾਂਦਾ ਇੰਨੀਆਂ FIR ਕਰਤੀਆਂ, ਇੰਨੇ ਤਸਕਰ ਫੜ ਲਏ, ਪਰ ਨਸ਼ਾ ਫਿਰ ਵੀ ਆ ਰਿਹਾ, ਫਿਰ ਵੀ ਬਦਸਤੂਰ ਜਾਰੀ ਹੈ। ਇਹਦੇ ਸਰ 2 ਮੇਜਰ ਕਾਰਨ ਨੇ। ਇੱਕ ਕਾਰਨ ਤਾਂ ਇਹ ਹੈਗਾ ਕਿ ਇਹ ਟ੍ਰੇਡ ਬਣ ਚੁੱਕਿਆ ਅੰਤਰਰਾਸ਼ਟਰੀ ਪੱਧਰ ਦੇ। ਤਾਂ ਕੇਵਲ ਹਿੰਦੁਸਤਾਨ ਦੇ ਵਿੱਚ ਹੀ ਨਹੀਂ, ਬਾਕੀ ਦੇਸ਼ਾਂ ਦੇ ਵਿੱਚ ਵੀ ਇਹਦੀ ਸਥਿਤੀ ਜਿਹੜੀ ਆ ਉਹ ਬੜੀ ਗ੍ਰਿਮ ਆ, ਬੜੀ ਜਿਹੜੀ ਹੈਗੀ ਆ ਜਿਹਨੂੰ ਕਹਿੰਦੇ ਸੰਵੇਦਨਸ਼ੀਲ ਹੈ।
ਹਿੰਦੁਸਤਾਨ ਦੇ ਵਿੱਚ ਵੀ ਇਸਨੇ ਪੈਰ ਪਸਾਰੇ ਹੋਏ ਆ। ਜਿੰਨੇ ਵੀ ਗਰੀਬ ਦੇਸ਼ ਹੋਣਗੇ, ਜਿੰਨੇ ਵੀ ਅਨਐਜੂਕੇਟਡ ਕਿਸਮ ਦੇ ਦੇਸ਼ ਹੋਣਗੇ, ਉੱਥੇ ਇਹਦਾ ਫੈਲਾਅ ਜਿਹੜਾ ਹੈਗਾ ਉਹ ਜ਼ਿਆਦਾ ਹੋਏਗਾ। ਤੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ ਇਸ ਦੇ ਬੜੇ ਥਾਵਾਂ ਦੇ ਉੱਤੇ ਕਨਵੈਨਸ਼ਨ ਹੋ ਚੁੱਕੀਆਂ ਨੇ, ਯੂਐਨਓ ਦੇ ਵਿੱਚ ਹੋ ਚੁੱਕੀਆਂ ਨੇ। ਤੇ ਉਹਨਾਂ ਦੇ ਜਿਹੜੇ ਲਾਅ ਜਿਹੜੇ ਹੈਗੇ ਆ, ਉਹਨਾਂ ਨੇ ਕਿਹਾ ਹੋਇਆ ਕਿ ਦੇਸ਼ ਦੇ ਬਾਕੀ ਜਿਹੜੇ ਦੇਸ਼ ਨੇ ਉਹਦੇ ਮੈਂਬਰ, ਉਹ ਸਾਰੇ ਆਪੋ ਆਪਣੇ ਲਾਅ ਬਣਾਉਣ। ਲਾਅ ਸਾਡਾ ਬੜਾ ਸਟ੍ਰਿਕਟ ਬਣਿਆ ਹੋਇਆ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਆ ਮਜੀਠੀਆ ਸਾਹਿਬ ਦਾ ਕੇਸ ਉਸ ਦੇ ਉੱਤੇ ਰਜਿਸਟਰ ਹੋਇਆ ਹੋਇਆ। ਉਹਦੇ ਵਿੱਚ ਦੋ ਕੈਟੇਗਰੀਜ਼ ਨੇ, ਇੱਕ ਹੈਗੇ ਆ ਨਾਨ ਕਮਰਸ਼ੀਅਲ, ਇੱਕ ਹੈਗੇ ਆ ਕਮਰਸ਼ੀਅਲ। ਜੇ ਕਿਸੇ ਬੰਦੇ ਦੇ ਕੋਲੋਂ ਕਮਰਸ਼ੀਅਲ ਫੜੀ ਜਾਂਦੀ ਆ ਤਾਂ ਉਹਦੀ ਬੇਲ ਤਾਂ ਹੁੰਦੀ ਨਹੀਂ, ਘੱਟੋ ਘੱਟ ਸਾਲ ਭਰ ਦੇ ਆਸ-ਪਾਸ ਉਹਦੀ ਬੇਲ ਨਹੀਂ ਹੁੰਦੀ। ਤੇ ਯੂਜੂਅਲੀ ਕੀ ਦੇਖਿਆ ਮੈਨੇ ਆਪਣੇ ਐਕਸਪੀਰੀਅੰਸ ਦੇ ਵਿੱਚ, ਕਿ ਜਿਹੜਾ ਬੰਦਾ ਇੱਕ ਦਫਾ ਐਨਡੀਪੀਐਸ ਐਕਟ ਦੇ ਵਿੱਚ ਫੜ ਲਿਆ ਜਾਂਦਾ, ਅਰੈਸਟ ਹੋ ਜਾਂਦਾ, ਉਹ ਦੂਜੀ ਵਾਰੀ ਤੀਜੀ ਵਾਰੀ ਵੀ ਅਰੈਸਟ ਹੁੰਦਾ, ਕਿਉਂਕਿ ਉਹ ਇੱਕ ਨੈਟਵਰਕ ਹੈਗਾ ਜਿਹੜਾ ਪਿੱਛੋਂ ਸਪਲਾਈ ਕਰਨ ਵਾਲਾ ਬੰਦਾ ਉਹ ਫੋਰਸ ਕਰਦਾ ਉਸਨੂੰ। ਉਹ ਫਸ ਗਿਆ ਕੁੜਕੀ 'ਚ। ਜੇ ਤਾਂ ਹੁਣ ਉਹ ਪੁਲਿਸ ਵਾਲਿਆਂ ਦੇ ਵੱਲ ਦੇਖਦਾ ਤਾਂ ਉਹਨੂੰ ਪਿੱਛੇ ਹਟਣਾ ਪੈਂਦਾ, ਪਿੱਛੇ ਉਹ ਹਟਣ ਨਹੀਂ ਦਿੰਦੇ ਜਿਹੜੇ ਆਕਾ ਨੇ। ਇਸ ਕਰਕੇ ਉਹ ਜਿਹੜੇ ਸਪਲਾਇਰ ਨੇ ਛੋਟੇ ਕਿਸਮ ਦੇ, ਉਹ ਵੀ ਮਜਬੂਰੀ ਦੇ ਵਿੱਚ ਫਸ ਗਏ ਆ ਕੰਪੈਲਿੰਗ ਸਰਕਮਸਟੈਂਸਿਸ ਦੇ ਵਿੱਚ। ਉਹਨਾਂ ਨੂੰ ਵੱਡੇ ਆਕਾ ਜਿਹੜੇ ਹੈਗੇ ਆ ਉਹ ਕਹਿੰਦੇ ਆ ਵੀ ਜਿਆਦਾ ਅਸੀਂ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਕਿਸੇ ਨਾ ਕਿਸੇ ਪਾਸੇ ਐਲੀਮੀਨੇਟ ਕਰਾਂਗੇ ਜਾਂ ਖਤਮ ਕਰਾਂਗੇ, ਨਹੀਂ ਤੂੰ ਆਪਦਾ ਕੰਮ ਬਾਹਰ ਸਕੂਲ ਜਿਹੜਾ ਜਾਰੀ। ਜਿਹੜੇ ਹੈਗੇ ਆ ਜੀ ਆਪਣੇ ਕੰਜ਼ਿਊਮਰ ਨਾਨ ਕਮਰਸ਼ੀਅਲ ਵਾਲੇ, ਉਹ ਲੋਕ ਨੇ ਜਿਨ੍ਹਾਂ ਨੂੰ ਥੋੜੀ ਮੋਟੀ ਪਹਿਲਾਂ ਤੋਂ ਆਦਤ ਪੈ ਗਈ ਹੈ, ਉਹ ਹਟ ਨਹੀਂ ਰਹੀ। ਉਹ ਡੀ ਐਡਿਕਸ਼ਨ ਸੈਂਟਰ ਜਿਹੜੇ ਅਸੀਂ ਖੋਲੇ ਸੀ ਚੰਗੇ ਕੰਮਾਂ ਦੇ ਲਈ, ਉਹਦੇ ਵਿੱਚ ਵੀ ਬੜੀਆਂ ਥਾਵਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਡਿਸਪਿਊਟਸ ਆਏ ਆ ਕਿ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਵੀ ਨਸ਼ਾ ਹੀ ਵੰਡਿਆ ਜਾ ਰਿਹਾ ਜੀ। ਉਹ ਜਿਹੜਾ ਸਾਡਾ ਮਨੁੱਖੀ ਆਚਰਣ ਤੇ ਕਿਰਦਾਰ ਆ, ਉਹ ਇੰਨਾ ਰੱਦੀ ਔਰ ਇੰਨਾ ਗੰਦਾ ਹੋ ਗਿਆ ਕਿ ਜਿਹੜੇ ਮੈਡੀਕਲ ਸੈਂਟਰਸ ਨੇ ਉਹਨਾਂ ਦੇ ਵਿੱਚ ਵੀ ਅਸੀਂ ਸੇਫ ਨਹੀਂ ਆ, ਉਹਨਾਂ ਵਿੱਚ ਵੀ ਅਸੀਂ ਸਿਕਿਉਰ ਨਹੀਂ ਆ। ਤੇ ਇਹ ਜਿਹੜਾ ਨਸ਼ਾ ਹੈਗਾ, ਇਹ ਜਦੋਂ ਤੁਸੀਂ ਇਨੀਸ਼ੀਅਲ ਸਟੇਜ ਦੇ ਉੱਤੇ ਇਸ ਨੂੰ ਕੰਜ਼ਿਊਮ ਕਰਦੇ ਹੋ ਤਾਂ ਇਹ ਇੱਕ ਬ੍ਰੇਨ ਦੇ ਵਿੱਚੋਂ ਕੈਮੀਕਲ ਰਿਲੀਜ਼ ਕਰਦਾ, ਜਿਹੜਾ ਤੁਹਾਨੂੰ ਕੁਝ ਸਮੇਂ ਦੇ ਲਈ ਡੋਪਾਮਾਈਨ ਕੈਮੀਕਲ ਰਿਲੀਜ਼ ਹੁੰਦਾ, ਜਿਹੜਾ ਕੁਝ ਸਮੇਂ ਦੇ ਲਈ ਤੁਹਾਨੂੰ ਬੜਾ ਸੁਖਦ ਔਰ ਬੜਾ ਜਿਹੜਾ ਹੈਗਾ ਨਾ ਇੰਜੋਇਮੈਂਟ ਦਿੰਦਾ ਹੈਗਾ। ਇਹ ਐਡਿਕਸ਼ਨ ਫਾਰਮਿੰਗ ਤੋਂ ਸ਼ੁਰੂ ਦੇ ਵਿੱਚ ਬੰਦਾ ਇਸ ਨੂੰ ਇੰਜੋਏ ਕਰਦਾ, ਪਰ ਕੁਝ ਹੀ ਸਮੇਂ ਦੇ ਬਾਅਦ ਉਹਦੀ ਐਡਿਕਸ਼ਨ ਇਹਦੇ ਵਿੱਚ ਫਸ ਜਾਂਦੀ ਆ। ਤੇ ਫਿਰ ਜਿਹੜਾ ਹੈਗਾ ਉਹਦਾ ਆਰਥਿਕ ਨਾਸ਼ ਵੀ ਹੁੰਦਾ, ਰਾਸ਼ਟਰੀ ਜਿਹੜਾ ਹੈ ਉਹ ਨਾਸ਼ ਵੀ ਵੱਜਦਾ, ਪਰਿਵਾਰ ਦਾ ਨਾਸ਼ ਵੀ ਵੱਜਦਾ। ਇਸ ਤਰੀਕੇ ਦੇ ਨਾਲ ਇਹ ਇੰਟਰਨੈਸ਼ਨਲ ਟ੍ਰੇਡ ਗਰੋ ਕਰਦਾ। ਇਹਦੇ ਵਿੱਚ ਇੱਕ ਹੋਰ ਪਹਿਲੂ ਵੀ, ਉਹ ਪਹਿਲੂ ਹੈਗਾ ਈਜ਼ੀ ਗੈਟਿੰਗ ਮਨੀ ਦਾ। ਜਿਹੜੇ ਛੋਟੇ ਸਪਲਾਇਰ ਨੇ ਉਹ ਇਸ ਦੇ ਨਾਲ ਜੋ ਆਪਣਾ ਪੈਸਾ ਕਮਾਉਂਦੇ ਆ, ਉਹ ਸ਼ਾਇਦ ਜ਼ਿੰਦਗੀ ਦੇ ਵਿੱਚ 60 ਸਾਲ ਦੇ ਵਿੱਚ ਵੀ ਨਾ ਕਮਾ ਸਕਣ, ਜਿਹੜਾ 5-4 ਸਾਲ 'ਚ ਕਮਾ ਲੈਂਦੇ। ਈਜ਼ੀ ਗੈਟਿੰਗ ਮਨੀ ਹੋਣ ਕਰਕੇ ਨੌਜਵਾਨ ਵਰਗੇ ਦੇ ਵਿੱਚ ਦੀ ਇੰਡਲਜ ਹੋ ਗਿਆ ਸਪਲਾਇਰ ਦੇ ਤੌਰ ਦੇ ਉੱਤੇ। ਦੂਸਰਾ ਇਸ ਦੇ ਵਿੱਚ ਪਹਿਲੂ ਇਹ ਹੈਗਾ ਕਿ ਜਿਹੜੀ ਪੁਲਿਸ ਹੈਗੀ ਹੈ, ਕੁਝ ਪਰਸੈਂਟੇਜ ਪੁਲਿਸ ਜਿਹੜੀ ਹੈ ਉਹਦੀ ਕਨਾਈਵੈਂਸ ਵੀ ਇਹਦੇ ਵਿੱਚ ਚੱਲਦੀ। ਅਦਰਵਾਈਜ਼ ਸ਼ਾਇਦ ਇਹ ਨੈਟਵਰਕ ਇਸ ਤੋਂ ਜ਼ਿਆਦਾ ਇਹਦੀ ਬੈਕਬੋਨ ਟੁੱਟ ਜਾਂਦੀ। ਬਹੁਤ ਸਾਰੇ ਤੁਸੀਂ ਪਿੱਛੇ ਜੇ ਮੈਂ ਵੀ ਖਬਰਾਂ ਦੇ ਵਿੱਚ ਰਿਪੋਰਟ ਪੜ੍ਹੀ ਆ ਕਿ ਬਹੁਤ ਸਾਰੇ ਐਸਆਈ ਲੈਵਲ ਦੇ ਬੰਦੇ ਜਾਂ ਡੀਐਸਪੀ ਲੈਵਲ ਦੇ ਬੰਦੇ ਇਹਦੇ ਵਿੱਚ ਸ਼ਾਮਲ ਨੇ। ਉਹਨਾਂ ਦਾ ਮਕਸਦ ਵੀ ਈਜ਼ੀ ਗੈਟਿੰਗ ਬਣੀ ਆ ਕਿ ਉਹ ਇਹਦੇ ਵਿੱਚ ਸ਼ਾਮਲ ਹੋ ਕੇ ਵੱਡੀ ਮੋਟੀ ਰਕਮ ਜਿਹੜੀ ਹੈਗੀ ਆ ਉਹਦੇ ਲਾਲਚ ਦੇ ਵਿੱਚ ਸਾਰੇ ਫਸ ਜਾਂਦੇ ਆ। ਤੇ ਉਸ ਦੇ ਨਾਲ ਸਾਡੇ ਸਮਾਜ ਦਾ ਨਾਸ਼ ਵੀ ਹੁੰਦਾ, ਸਿਸਟਮ ਦਾ ਨਾਸ਼ ਵੀ ਹੁੰਦਾ, ਪੁਲਿਸਿੰਗ ਵੀ ਬਦਨਾਮ ਹੁੰਦੀ ਆ। ਤੋ ਕੁਝ ਹੋ ਸਕਦਾ ਇਹਦੇ ਵਿੱਚ। ਅੱਛਾ, ਫਿਰ ਇਹਦੇ ਵਿੱਚ ਇੱਕ ਪੋਲੀਟੀਕਲ ਨੈਕਸਸ, ਉਹ ਪੋਲੀਟੀਕਲ ਨੈਕਸਸ, ਪੁਲਿਸ ਬਿਊਰੋਕ੍ਰੇਸੀ, ਟ੍ਰੇਡਰਸ, ਛੋਟੇ ਸਪਲਾਇਰਸ, ਇਹ ਸਾਰਿਆਂ ਦਾ ਇੱਕ ਨੈਕਸਸ ਹੈਗਾ। ਤੇ ਇਸ ਚੱਕਰਵਿਊਹ ਨੂੰ ਬ੍ਰੇਕ ਕਰਨ ਦਾ ਜਿਹੜਾ ਰਸਤਾ ਜਿਹੜਾ ਹੈਗਾ ਅਭਿਮਨਿਊ ਵਾਂਗ ਇਹਦੇ ਵਿੱਚੋਂ ਮਿਲ ਨਹੀਂ ਰਿਹਾ। ਜਿਉਂ ਹੀ ਕੋਈ ਇਹਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ, ਚਲਿਆ ਤਾਂ ਜਾਂਦਾ ਇਹਨੂੰ ਤੋੜਨ ਦੇ ਲਈ, ਪਰ ਉਹਨੂੰ ਖੁਦ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਦਾ। ਐਸਟੀਐਫ ਬਣਾਈ ਹੋਈ ਹੈ, ਉਹਨੇ ਵੀ ਬੜੇ ਪ੍ਰਯਤਨ ਕੀਤੇ, ਪਰ ਈਵਨ ਦੈਨ ਕੋਈ ਸਬਸਟੈਂਸ਼ੀਅਲ ਤੇ ਡਰਾਸਟਿਕ ਕਿਸਮ ਦਾ ਇੰਪੈਕਟ ਜਿਹੜਾ ਹੈ ਪੁਲਿਸਿੰਗ ਦਾ ਐਨਡੀਪੀਐਸ ਦੇ ਵਿੱਚ ਨਹੀਂ ਪੈ ਰਿਹਾ। ਤੇ ਇਹਦੇ ਨਾਲ ਜਿਹੜਾ ਹੈਗਾ ਉਹ ਇੱਕ ਹੋਰ ਇਹਦੇ ਵਿੱਚ ਯਤਨ ਹੋਇਆ ਸੀਗਾ ਕਿ ਬੀਐਸਐਫ ਐਕਟ ਸੀ ਜਿਹੜਾ 1968 ਦਾ, ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਵੇਲੇ ਉਹਨਾਂ ਨੇ ਐਕਸਟੈਂਡ ਕਰ ਲਿਆ ਸੀ ਬੀਜੇਪੀ ਨੇ ਕਿ 50 ਕਿਲੋਮੀਟਰ ਤੱਕ ਉਹ ਆ ਸਕਦੇ ਆ। ਉਦੋਂ ਵਿਰੋਧ ਵੀ ਬੜਾ ਹੋਇਆ ਸੀ ਵੀ ਇਹ ਤਾਂ ਜੀ ਸਾਡੀ ਪੁਲਿਸਿੰਗ ਦੀ ਥਾਂ ਦੇ ਤਾਂ ਬੀਐਸਐਫ ਨੂੰ ਹੀ ਦੇਤਾ ਜੀ, ਕੇਂਦਰ ਨੂੰ ਹੀ ਦੇਤਾ ਜੀ, ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਬੀਐਸਐਫ ਐਕਟ ਹੈਗਾ 1968 ਦਾ, ਉਹਦੇ ਵਿੱਚ ਬੀਐਸਐਫ ਦੀਆਂ ਜਿਹੜੀਆਂ ਡਿਊਟੀਆਂ ਨੇ ਅਸਾਈਨ ਕੀਤੀਆਂ ਹੋਈਆਂ, ਉਹ ਸਿਰਫ 50 ਕਿਲੋਮੀਟਰ ਤੱਕ ਆਪਣੀਆਂ ਉਹੀ ਡਿਊਟੀਆਂ ਦੇਖ ਸਕਦੇ ਨੇ, ਜਿਹਦੇ ਵਿੱਚ ਬਾਰਡਰ ਨਾਲ ਕਨੈਕਟਡ ਨੇ, ਸਮਗਲਿੰਗ ਦੇ ਨਾਲ ਕਨੈਕਟਡ ਨੇ, ਹਿਊਮਨ ਟ੍ਰੈਫਿਕਿੰਗ ਦੇ ਨਾਲ ਕਨੈਕਟਡ ਨੇ। ਬੀਐਸਐਫ ਸਿਰਫ ਉਹ ਦੇਖ ਸਕਦੀ ਆ, ਬਾਕੀ ਜਿਹੜੀ ਸਟੇਟ ਪੁਲਿਸ ਦਾ ਕੰਮ ਆ ਉਹ ਸਬਸਟੀਟਿਊਟ ਨਹੀਂ ਕਰ ਸਕਦੀ। ਉਹਦਾ ਮਤਲਬ ਇਹ ਸੀ ਕਿ ਜੇ ਡਰੋਨ ਦੇ ਰਾਹੀਂ ਕੋਈ ਨਸ਼ਾ ਆਉਂਦਾ ਹੈਗਾ ਤਾਂ ਬੀਐਸਐਫ ਉਹ ਕੀ ਕਰਦੇ ਆ, ਡਰੋਨ ਦੇ ਰਾਹੀਂ, ਜਿੰਨਾ ਬੀਐਸਐਫ ਦਾ ਘੇਰਾ ਸੀ 15 ਕਿਲੋਮੀਟਰ, ਉਹ ਡਰੋਨ ਰਾਹੀਂ 15 ਕਿਲੋਮੀਟਰ ਤੋਂ ਅੱਗੇ ਸਿੱਟ ਦਿੰਦੇ ਆ।
ਤਾਂ ਬੀਐਸਐਫ ਉੱਥੇ ਤੱਕ ਜਾ ਨਹੀਂ ਸਕਦੀ। ਇਸੇ ਕਰਕੇ ਇਹ ਘੇਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਕਿ 50 ਕਿਲੋਮੀਟਰ ਤੱਕ ਡਰੋਨ ਦੀ ਪਾਵਰ ਨਹੀਂ ਹੈ, ਇਸ ਕਰਕੇ 50 ਕਿਲੋਮੀਟਰ ਤੱਕ ਇਹ ਲੋਕੇਟ ਜਿਹੜਾ ਹੈ ਕਰ ਸਕਦੇ ਆ ਤੇ ਇਹਦੀ ਸਰਵੇਲੈਂਸ ਜਿਹੜੀ ਹੈਗੀ ਆ ਉਹ ਬੀਐਸਐਫ ਨੂੰ ਦਿੱਤੀ ਜਾਵੇ। ਉਹਦੇ ਬਾਵਜੂਦ ਵੀ ਜਿਹੜਾ ਹੈਗਾ ਉਹ ਛੋਟੇ ਪੱਧਰ ਦੇ ਉੱਤੇ ਜਿਹੜਾ ਹੈਗਾ ਨਾ ਹਿਊਮਨ, ਹੁਣ ਲੇਡੀਜ਼ ਕਿਉਂ ਆ ਗਏ, ਤੁਸੀਂ ਲੇਡੀਜ਼ ਦੀ ਗੱਲ ਕੀਤੀ ਸੀਗੀ ਕਿ ਜਦੋਂ ਟ੍ਰੇਡਰਸ ਇਹ ਦੇਖਦੇ ਆ ਕਿ ਇਹ ਚੇਨ ਸਾਡੀ ਸਕਸੈਸਫੁਲ ਨਹੀਂ ਹੋ ਰਹੀ ਤਾਂ ਈਜ਼ੀ ਗੈਟਿੰਗ ਮਨੀ ਦੇ ਕਰਕੇ ਉਹ ਲੇਡੀਜ਼ ਇਨਵੋਲਵ ਕਰ ਦਿੰਦੇ ਕਿ ਲੜਕੀਆਂ ਜਿਹੜੀਆਂ ਹੈਗੀਆਂ ਨੇ ਆਪਣੇ ਬੈਗਸ ਦੇ ਵਿੱਚ ਹੋਰ ਸਾਧਨਾਂ ਦੇ ਰਾਹੀਂ ਸੱਜਾ ਖੱਬਾ ਕਰਕੇ ਕੁੜੀਆਂ ਜਿਹੜੀਆਂ ਹੈਗੀਆਂ ਉਹ ਲਿਜਾ ਸਕਦੀਆਂ ਨੇ, ਉਹਨਾਂ ਤੇ ਚੈਕਿੰਗ ਘੱਟ ਹੁੰਦੀ ਆ, ਇਸ ਕਰਕੇ ਜਿਹੜਾ ਉਹਨਾਂ ਤੇ ਬਿਲੀਫ ਸਾਡਾ ਸਿਸਟਮ ਜ਼ਿਆਦਾ ਕਰਦਾ। ਤਾਂ ਹੁਣ ਲੇਡੀਜ਼ ਇਹਦੇ ਵਿੱਚ ਪ੍ਰਵੇਸ਼ ਕਰ ਗਈਆਂ, ਸਪਲਾਇਰ ਦੇ ਤੌਰ ਦੇ ਉੱਤੇ ਵੀ ਜਿਹੜਾ ਔਰ ਅੱਗੇ ਕੰਜ਼ਿਊਮਰ ਨੂੰ ਦੇਣ ਦੇ ਲੈਵਲ ਦੇ ਉੱਤੇ ਵੀ। ਇਸ ਕਰਕੇ ਹੁਣ ਜਿਹੜਾ ਡਾਇਵਰਸ਼ਨ ਜਿਹੜੀ ਹੈਗੀ ਆ ਉਹ ਇਹ ਆ ਗਈ ਕਿ ਪੰਜਾਬ ਪੁਲਿਸ ਦਾ ਫੋਕਸ ਜਿਹੜਾ ਸੀ ਉਹ ਸ਼ਾਇਦ ਨਸ਼ੇ ਵੇਚਣ ਵਾਲਿਆਂ ਤੇ ਨਸ਼ੇ ਕੰਜ਼ਿਊਮ ਕਰਨ ਵਾਲਿਆਂ ਦੇ ਸੀ, ਹੁਣ ਨਸ਼ੇ ਲੈਣ ਵਾਲਿਆਂ ਦੇ ਵਿੱਚ ਵੀ ਔਰਤਾਂ ਦਾ ਸ਼ੁਮਾਰ ਹੋ ਗਿਆ ਤੇ ਨਸ਼ੇ ਸਪਲਾਈ ਕਰਨ ਵਾਲਿਆਂ ਦੇ ਵਿੱਚ ਵੀ ਔਰਤਾਂ ਦਾ ਸ਼ੁਮਾਰ ਹੋ ਗਿਆ। ਤੋਂ ਇੱਕ ਐਸਟੀਐਫ ਜਿਹੜੀ ਹੈਗੀ ਆ ਉਹ ਇਸ ਵਿਮਨ ਵਿੰਗ ਵੀ ਸ਼ਾਇਦ ਉਸ ਦਾ ਐਸਟੈਬਲਿਸ਼ ਕਰਨ ਦੀ ਲੋੜ ਪੈ ਜੇ, ਵਿਚ ਇਜ਼ ਵੈਰੀ ਅਨਫੋਰਚੂਨੇਟ ਫਾਰ ਦੀ ਇਕੋਨੋਮੀ ਆਫ ਦਿਸ ਆਵਰ ਸਟੇਟ। ਸੁਖਵਿੰਦਰ ਜੀ ਹੋਰ ਪੱਖ ਹੈ ਨਾ ਗੈਂਗਸਟਰਾਂ ਦਾ ਵੀ, ਜਿਹੜਾ ਆਪਾਂ ਪਿੱਛੇ ਜੇ ਦੇਖਦੇ ਆਏ ਆ ਕਿ ਉਹ ਜੈਪਾਲ ਭੁੱਲਰ ਨੂੰ ਜਾ ਕੇ ਸ਼ਾਇਦ ਕਲਕੱਤੇ ਮਾਰਿਆ ਸੀਗਾ, ਉਹ ਵੀ ਇਸ ਮਸਲੇ ਦੇ ਵਿੱਚ ਕਹਿੰਦੇ ਇੱਥੇ ਕੋਈ ਨਸ਼ਾ ਸਪਲਾਈ ਕਰਦੇ ਸੀ, ਪੁਲਿਸ ਵਾਲੇ ਮਾਰੇ ਗਏ ਤਾਂ ਉਸ ਮਸਲੇ ਤੋਂ ਬਾਅਦ ਫਿਰ ਜਾ ਕੇ ਉਹਨਾਂ ਦਾ ਵੀ ਉੱਥੇ ਐਨਕਾਊਂਟਰ ਕੀਤਾ ਗਿਆ। ਪਰ ਸਵਾਲ ਉੱਥੇ ਹੀ ਆ ਕੇ ਕਿ ਜੇਲ੍ਹਾਂ ਦੇ ਵਿੱਚ ਵੀ ਗੈਂਗਸਟਰ ਧੜੱਲੇ ਦੇ ਨਾਲ ਇਸ ਵਪਾਰ ਨੂੰ ਚਲਾਉਂਦੇ ਨੇ, ਨਸ਼ਾ ਜੇਲ੍ਹਾਂ ਦੇ ਅੰਦਰ ਵੀ ਚਲਾ ਜਾਂਦਾ ਹੈ ਤੇ ਬਾਹਰ ਤਾਂ ਚੱਲਣਾ ਹੀ ਚੱਲਣਾ ਹੈ, ਜੇ ਅੰਦਰ ਨਹੀਂ ਸੁਰੱਖਿਆ ਤੇ ਬਾਹਰ ਕਿੱਥੇ। ਦੇਖੋ ਦੋ ਗੱਲਾਂ ਨੇ ਜੀ, ਜਦੋਂ ਤੁਸੀਂ ਇਸ ਲਾਈਨ ਦੇ ਵਿੱਚ ਪੈਂਦੇ ਹੋ ਜਿਹਨੂੰ ਅਸੀਂ ਗੈਂਗਸਟਰਿਜ਼ਮ ਕਹਿੰਦੇ ਹਾਂ, ਉਹਦੇ ਵਿੱਚ ਇਕੋਨੋਮੀ ਦੀ ਲੋੜ ਆ, ਫਾਈਨੈਂਸਿਸ ਦੀ ਲੋੜ ਆ, ਤੁਹਾਡੇ ਆਪਣੇ ਲਾਈਵਲੀਹੁੱਡ ਦੇ ਲਈ ਵੀ, ਨੈਕਸਸ ਦੇ ਲਈ ਵੀ, ਨੈਟਵਰਕ ਦੇ ਲਈ ਵੀ, ਪੁਲਿਸ ਨੂੰ ਕਨਾਈਵੈਂਸ ਦੇ ਵਿੱਚ ਲੈਣ ਦੇ ਲਈ ਵੀ, ਹਥਿਆਰ ਲੈਣ ਦੇ ਲਈ ਵੀ। ਤਾਂ ਦੋ ਤਿੰਨ ਚੀਜ਼ਾਂ ਨੇ, ਉਹ ਜਾਂ ਤਾਂ ਐਕਸਟੋਰਸ਼ਨ ਕਰਨਗੇ, ਐਕਸਟੋਰਸ਼ਨ ਦੇ ਨਾਲ ਨਾਲ ਉਹ ਰੀਇਨਵੈਸਟ ਵੀ ਕਰਨਗੇ, ਜਿਵੇਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੋ ਗਿਆ, ਔਰ ਜਿਹੜਾ ਆਪਣਾ ਅਬੁਲ ਸਲੇਮ ਸੀ ਜਾਂ ਦਾਊਦ ਸੀਗੇ ਜਿਹੜੇ ਬੰਬੇ ਦੇ ਵਿੱਚ ਮਹਾਨਗਰੀ ਦੇ ਵਿੱਚ ਫਿਲਮਾਂ ਦੇ ਵਿੱਚ ਵੀ ਪੈਸੇ ਲਗਾਉਂਦੇ ਆ, ਰੀਇਨਵੈਸਟ ਕਰਦੇ ਆ। ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਨਸ਼ਿਆਂ ਦੇ ਵਿੱਚ ਇਨਵੈਸਟਮੈਂਟ ਜਿਹੜੀ ਹੈ ਕੀਤੀ ਜਾਂਦੀ ਹੈ, ਸਪਲਾਈ ਵੀ ਕੀਤੀ ਜਾਂਦੀ ਹੈ, ਇਨਵੈਸਟਮੈਂਟ ਵੀ ਕੀਤੀ ਜਾਂਦੀ ਹੈ। ਤੋਂ ਇਕੋਨੋਮੀ ਨੂੰ ਇੰਪਰੂਵ ਕਰਨ ਦੇ ਲਈ, ਜਿਹੜੇ ਫਾਈਨੈਂਸਿਸ ਨੂੰ ਇੰਪਰੂਵ ਕਰਨ ਦੇ ਲਈ ਇਹ ਜਿਹੜੇ ਗੈਂਗਸਟਰਸ ਨੇ ਇਹਨਾਂ ਦਾ ਜਿਹੜਾ ਆਪਣਾ ਨੈਟਵਰਕ ਆ ਉਸ ਨੂੰ ਸੋਲੀਡੀਫਾਈ ਕਰਨ ਦੇ ਲਈ ਪੈਸੇ ਦੀ ਲੋੜ ਆ। ਉਸ ਪੈਸੇ ਨੂੰ ਦੋ ਤਿੰਨ ਸਾਧਨ ਆ, ਜਾਂ ਪੋਲੀਟੀਕਲ ਬੰਦਿਆਂ ਕੋਲੋਂ ਆਏਗਾ, ਜਾਂ ਐਕਸਟੋਰਸ਼ਨ ਦੇ ਵਿੱਚੋਂ ਆਏਗਾ, ਜਾਂ ਫਿਰ ਜਿਹੜਾ ਹੈਗਾ ਉਹ ਫਿਲਮਾਂ ਦੇ ਵਿੱਚੋਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਨਵੈਸਟ ਕਰਕੇ ਉਹਦੇ ਵਿੱਚੋਂ ਵਾਪਸ ਆਏਗਾ, ਜਾਂ ਫਿਰ ਨਸ਼ਿਆਂ ਦੇ ਵਿੱਚ ਇਨਵੈਸਟ ਕਰਕੇ ਜਾਂ ਨਸ਼ਿਆਂ ਦੀ ਸਪਲਾਈ ਦੀ ਚੇਨ ਦੇ ਵਿੱਚ ਵੜ ਕੇ ਉਹਦੇ ਵਿੱਚੋਂ ਪੈਸਾ ਆਏਗਾ। ਤਾਂ ਉਹਨਾਂ ਨੇ ਆਪਣੀ ਪੈਸੇ ਦੀ ਲੋੜ ਨੂੰ ਫੀਡ ਕਰਨ ਦੇ ਲਈ ਉਹਨਾਂ ਨੂੰ ਇਸ ਸਿਸਟਮ ਦੇ ਵਿੱਚ ਜਿਹੜਾ ਹੈਗਾ ਉਹ ਆਉਣਾ ਪੈਂਦਾ। ਮੋਰ ਓਵਰ ਇਹ ਜਿਹੜਾ ਚੀਜ਼ ਆਪਾਂ ਕਹਿ ਰਹੇ ਹਾਂ ਗੈਂਗਸਟਰਿਜ਼ਮ ਵਾਲੀ, ਇਹ ਇਸ ਕਰਕੇ ਵੀ ਇੰਪੋਰਟੈਂਟ ਹੋ ਜਾਂਦੀ ਆ ਕਿ ਨਸ਼ਿਆਂ ਦੇ ਨਾਲ ਉਹ ਯੂਥ ਨੂੰ ਵੀ ਆਪਣੇ ਨੈਟਵਰਕ ਦੇ ਵਿੱਚ ਲੈ ਆਉਂਦੇ ਆ। ਇਸ ਕਾਰਨ ਜਿਹੜਾ ਹੈਗਾ ਇਹਦਾ ਵੀ ਉਹੀ ਮੇਨ ਰੀਜ਼ਨ ਹੈ, ਈਜ਼ੀ ਗੈਟਿੰਗ ਮਨੀ, ਬੜੀ ਆਸਾਨੀ ਦੇ ਨਾਲ ਪੈਸਾ ਮੋਟੀ ਤਾਦਾਦ ਦੇ ਵਿੱਚ ਆ ਜਾਂਦਾ। ਇਸ ਕਰਕੇ ਭਾਵੇਂ ਮਿਊਜ਼ਿਕ ਇੰਡਸਟਰੀ ਚਲਾਉਣ, ਭਾਵੇਂ ਐਕਸਟੋਰਟ ਕਰਨ, ਭਾਵੇਂ ਉਹ ਨਸ਼ਿਆਂ ਦੇ ਵਿੱਚ ਲਗਾਉਣ ਜਾਂ ਨਸ਼ਿਆਂ ਦੀ ਚੇਨ ਦੇ ਵਿੱਚ ਮਾਸਟਰ ਕਰਨ ਆਪਣੇ ਆਪ ਨੂੰ, ਸਾਰਿਆਂ ਦਾ ਮੁੱਖ ਉਦੇਸ਼ ਜਿਹੜਾ ਹੈਗਾ, ਚਾਹੇ ਲੜਕੀਆਂ ਨੇ ਜਾਂ ਔਰਤਾਂ ਨੇ, ਉਹਨਾਂ ਦਾ ਇਸ ਕਿੱਤੇ ਦੇ ਵਿੱਚ ਪ੍ਰਵੇਸ਼ ਕਰ ਜਾਣਾ, ਈਜ਼ੀ ਗੈਟਿੰਗ ਮਨੀ ਦੇ ਕਾਰਨ ਹੀ ਸਾਰਾ ਕੁਝ ਹੁੰਦਾ। ਤੋਂ ਅਸੀਂ ਮਿਹਨਤੀ ਲੋਕ ਹਾਂ, ਕਿਰਤ ਦੇ ਨਾਲ ਜੁੜੇ ਹੋਏ ਲੋਕ ਹਾਂ, ਸਾਨੂੰ ਸੌਖੇ ਰਾਹ ਨਹੀਂ ਚੁਣਨੇ ਚਾਹੀਦੇ। ਸਾਨੂੰ ਕਿਰਤ ਦੇ ਵਿੱਚ ਵਿਸ਼ਵਾਸ ਰੱਖ ਕੇ ਜੇ ਕੋਈ ਪੈਸਾ ਕਮਾਉਣਾ ਤਾਂ ਕਿਰਤ ਦੇ ਰਾਹੀਂ ਤੇ ਓਨੈਸਟੀ ਰਾਹੀਂ ਕਮਾਉਣਾ ਚਾਹੀਦਾ। ਅਦਰਵਾਈਜ਼ ਜਿਹੜਾ ਹੈਗਾ ਇਸ ਰਸਤਿਆਂ ਦੇ ਉੱਤੇ ਜਾ ਕੇ ਅਸੀਂ ਆਪਣੇ ਸਟੇਟ ਨੂੰ ਵੀ ਬਰਬਾਦ ਕਰਾਂਗੇ, ਆਪਣੇ ਆਪ ਨੂੰ ਵੀ ਬਰਬਾਦ ਕਰਾਂਗੇ, ਪਰਿਵਾਰ ਨੂੰ ਵੀ ਬਰਬਾਦ ਕਰਾਂਗੇ। ਸੁਖਵਿੰਦਰ ਜੀ ਲੋਕ ਤਾਂ ਸੁਧਰ ਜਾਣਗੇ, ਪਰ ਪ੍ਰੋਫੈਸਰ ਸਾਹਿਬ ਜੇ ਸਰਕਾਰਾਂ ਸੁਧਾਰਨਾ ਚਾਹਣ, ਗੈਂਗਸਟਰ ਵੀ ਸਿੱਧੇ ਰਾਹ ਪੈ ਜਾਣਗੇ ਜੇ ਕਿਤੇ ਸਿਆਸਤਦਾਨ ਚਾਹਣ। ਆਖਰੀ ਖਬਰ ਜਿਹੜੀ ਤੁਸੀਂ ਵੀ ਸ਼ਾਇਦ ਪੜ੍ਹੀ ਹੋਵੇ ਕਿ ਇਹਦੇ ਵਿੱਚ ਹੁਣ ਮੌਜੂਦਾ ਸਰਕਾਰ ਦੀ ਗੱਲ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਕੁਝ ਆਗੂ ਜਿਹੜੇ ਨੇ ਉਹ ਇਸ ਤਰ੍ਹਾਂ ਥਾਣਿਆਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ, ਕਿਸੇ ਪਰਚਿਆਂ ਨੂੰ ਰੱਦ ਕਰਵਾਉਣਾ ਜਾਂ ਕੁਝ ਕਰਵਾਉਣਾ। ਇਹ ਸਾਰਾ ਕੁਝ ਵੀ ਜਦੋਂ ਸਾਹਮਣੇ ਹੁੰਦਾ ਹੈ ਤੇ ਫਿਰ ਕਿਹੜੀਆਂ ਉਮੀਦਾਂ ਸਰਕਾਰ ਤੋਂ ਲਾਈਆਂ ਜਾਣ ਕਿ ਸਰਕਾਰ ਕੀ ਕਰ ਸਕਦੀ ਹੈ। ਉੱਤੇ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕੱਲੇ ਨੂੰ ਤਾਂ ਦੇਖ ਨਹੀਂ ਸਕਦੇ, ਪਰ ਨੀਚੇ ਜੋ ਕੁਝ ਚੱਲ ਰਿਹਾ ਹੈ, ਜੇ ਰਿਪੋਰਟਾਂ ਆਉਂਦੀਆਂ ਨੇ, ਸ਼ਿਕਾਇਤਾਂ ਆਉਂਦੀਆਂ, ਘੱਟੋ ਘੱਟ ਕਾਰਵਾਈ ਤਾਂ ਹੋਵੇ ਉਸੇ ਵੇਲੇ। ਦੇਖੋ ਇਹ ਨਾ ਇੱਕ ਬੈਲੈਂਸ ਜਾਇਜ਼ ਦੇ ਵਿੱਚ ਰੱਖਣਾ ਇਹ ਖਾਸਾ ਔਖਾ ਕੰਮ ਹੁੰਦਾ। ਹੁਣ ਜਿਵੇਂ ਫੌਜਾ ਸਿੰਘ ਜੀ ਦੇ ਕੇਸ ਵਿੱਚ ਆਇਆ ਮੈਟਰ, ਹੁਣ ਉਹਦੇ ਵਿੱਚ ਫੌਜਾ ਸਿੰਘ ਜੀ ਸਹੀ ਆ ਜਾਂ ਜਿਹੜੇ ਤਰਸੇਮ ਲਾਲ ਕਪੂਰ ਉਹ ਸਹੀ ਆ,
ਇਹਨਾਂ ਦੇ ਕੋਲੇ ਐਵੀਡੈਂਸ ਕਿਹਨਾਂ ਦੇ ਕੋਲੇ ਸਟਰੋਂਗ ਆ। ਕਮ ਸੇ ਕਮ ਇਹਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਕਿ ਲੋਕਾਂ ਨੂੰ ਇਹ ਨਾ ਮਹਿਸੂਸ ਹੋਵੇ ਕਿ ਦੇਖੋ ਜੀ ਜਿਹੜਾ ਬੰਦਾ ਐਮਐਲਏ ਬਣ ਗਿਆ ਉਹ ਹੁਣ ਆਪ ਖੁਦਰਾਪਣ ਕਰ ਰਹੇ ਆ, ਉਹ ਹੁਣ ਡਿਕਟੇਟਰਸ਼ਿਪ ਕਰ ਰਹੇ ਆ, ਪੁਲਿਸ ਨੂੰ ਜਿਹੜਾ ਹੈਗਾ ਉਹਨਾਂ ਨੂੰ ਕਠਪੁਤਲੀ ਬਣਾਇਆ ਹੋਇਆ, ਜਿਹਦੇ ਮਰਜ਼ੀ ਅਗੇਂਸਟ ਕੇਸ ਰਜਿਸਟਰ ਕਰ ਦਿਓ ਤੇ ਜਿਹਨੂੰ ਮਰਜ਼ੀ ਛੁਡਵਾ ਲਓ, ਜਿਹਨੂੰ ਮਰਜ਼ੀ ਫੜਵਾ ਲਓ। ਤੋ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਤਾਂ ਇੱਕ ਤਰੀਕੇ ਦੇ ਨਾਲ ਫਿਰ ਪੋਲੀਟੀਕਲ ਐਗਜ਼ੈਕਟਿਵ ਦੇ ਹੱਥਾਂ ਦੇ ਵਿੱਚ ਹੀ ਆ ਗਿਆ, ਉਹਦੀ ਇੰਡੀਪੈਂਡੈਂਸ ਕੋਈ ਨਹੀਂ ਰਹਿ ਗਈ। ਇਸ ਤਰ੍ਹਾਂ ਦਾ ਤਾਂ ਡੈਮੋਕ੍ਰੈਟਿਕ ਸੈਟਅਪ ਵਿੱਚ ਪ੍ਰਭਾਵ ਨਹੀਂ ਹੋਣਾ ਚਾਹੀਦਾ। ਰੂਲ ਆਫ ਲਾਅ ਜਿਹੜਾ ਹੈਗਾ ਉਹ ਪ੍ਰੀਵੇਲ ਅਪਾਉਣ ਕਰਨਾ ਚਾਹੀਦਾ, ਕਾਨੂੰਨ ਦਾ ਰਾਜ ਹੋਣਾ ਚਾਹੀਦਾ। ਇਹ ਕਾਨੂੰਨ ਦੇ ਘਾੜੇ ਆ, ਕਾਨੂੰਨ ਨੂੰ ਲਾਗੂ ਕਰਨ ਵਾਲੇ ਆ। ਤੋ ਪਬਲਿਕ ਦਾ ਜਿਹੜਾ ਫੇਥ ਆ, ਪਬਲਿਕ ਦਾ ਜਿਹੜਾ ਵਿਸ਼ਵਾਸ ਆ ਉਹ ਟੁੱਟਣਾ ਨਹੀਂ ਚਾਹੀਦਾ। ਪਬਲਿਕ ਦੇ ਵਿਸ਼ਵਾਸ ਟੁੱਟਣ ਦੇ ਨਾਲ ਘਾਣ ਬਹੁਤ ਹੁੰਦਾ ਤੇ ਮੈਂ ਤਾਂ ਇਹ ਸਮਝਦਾ ਕਿ ਆਪ ਦੀ ਸਰਕਾਰ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਇਸ ਨੂੰ ਲੈਣਾ ਚਾਹੁੰਦਾ ਤੇ ਉਹਨਾਂ ਦਾ ਜਿਹੜਾ ਵਿਸ਼ਵਾਸ ਆ ਉਹਨਾਂ ਨੂੰ ਪਤਾ ਲੱਗ ਗਿਆ, ਐਵੀਡੈਂਸ ਉਹਨਾਂ ਦੇ ਕੋਲੇ ਹੈਗਾ ਸੰਗਰੂਰ ਦਾ। ਉਹਨਾਂ ਦੇ ਇਮੋਸ਼ਨਲ ਜਿਹੜਾ ਅਟੈਚਮੈਂਟ ਸੀ ਉਹਨੂੰ ਬੜੀ ਸੱਟ ਲੱਗੀ ਆ ਕਿ 3.25 ਲੱਖ ਵੋਟ ਉਹਨਾਂ ਦੀ ਮਾਈਨਸ ਹੋ ਗਿਆ ਸੰਗਰੂਰ ਦੇ ਵਿੱਚ 3 ਮਹੀਨਿਆਂ ਦੇ ਵਿੱਚ ਹੀ। ਇਹ ਬਹੁਤ ਵੱਡਾ, ਇਹਦੇ ਤੇ ਬਹੁਤ ਸੋਚ ਵਿਚਾਰ ਕਰਨ ਵਾਲੀ ਗੱਲ ਆ। ਇਸ ਕਰਕੇ ਜਿਹੜਾ ਹੈਗਾ ਜਿੰਨੇ ਵੀ ਉਹਨਾਂ ਦੇ ਐਮਐਲਏ ਹੈਗੇ ਆ ਉਹਨਾਂ ਨੂੰ, ਉਹ ਪਬਲਿਕ ਦੇ ਰਿਪਰੈਜ਼ੈਂਟੇਟਿਵਸ ਨੇ, ਉਹਨਾਂ ਨੂੰ ਕਿਸੇ ਵੀ ਐਸੇ ਚੀਜ਼ ਦੇ ਵਿੱਚ ਪੈਣਾ ਨਹੀਂ ਚਾਹੀਦਾ ਜਿਹਦੇ ਨਾਲ ਆਪ ਦੀ ਛਵੀ ਜਿਹੜੀ ਖਰਾਬ ਹੋ ਜੇ। ਜੇ ਆਪ ਦੀ ਛਵੀ ਖਰਾਬ ਹੋ ਗਈ, ਇਹਦਾ ਇਮੀਡੀਏਟ ਨੁਕਸਾਨ ਹਿਮਾਚਲ ਦੇ ਵਿੱਚ, ਹਰਿਆਣੇ ਦੇ ਵਿੱਚ, ਗੁਜਰਾਤ ਦੇ ਵਿੱਚ ਇਹਦਾ ਸਾਹਮਣਾ ਕਰਨਾ ਪਏਗਾ ਉਹਨਾਂ ਨੂੰ। ਇਸ ਕਰਕੇ ਜਿਹੜਾ ਹੈਗਾ ਜਿਹੜੇ ਲੋਕਾਂ ਦੇ ਨੁਮਾਇੰਦੇ ਹੈਗੇ ਆ ਉਹਨਾਂ ਦਾ ਲੋਕਾਂ ਪ੍ਰਤੀ ਜਿਹੜਾ ਹੈ ਬਿਲਕੁਲ ਨੈਤਿਕਤਾ ਵਾਲਾ ਰਵੱਈਆ ਹੋਣਾ ਚਾਹੀਦਾ। ਜਿਹੜੇ ਲੋਕ ਅਨੈਤਿਕ ਨੇ ਉਹਨਾਂ ਨੂੰ ਜ਼ਰੂਰ ਡੀਲ ਕਰੋ। ਖੁਦ ਜਿਹੜਾ ਹੈਗਾ ਉਹ ਤੁਸੀਂ ਨਾ ਸਾਫ਼ ਕੋਈ ਵਾਲੇ ਬੰਦੇ ਹੋਣੇ ਚਾਹੀਦੇ ਹੋ, ਅਬੱਬ ਬੋਰਡ ਬੰਦੇ ਹੋਣੇ ਚਾਹੀਦੇ ਹੋ। ਤੁਹਾਡੇ ਉੱਤੇ ਕੋਈ ਉਂਗਲੀ ਜਿਹੜੀ ਹੈਗੀ ਆ ਉਹ ਰੱਖਣ ਵਾਲਾ ਜਿਹੜਾ ਹੈ ਸਮਾਜ ਦਾ ਇੱਕ ਵੀ ਬੰਦਾ ਨਹੀਂ ਹੋਣਾ ਚਾਹੀਦਾ। ਤਾਂ ਹੀ ਜਿਹੜੀ ਹੈਗੀ ਆ ਉਹ ਇੱਕ ਪਾਰਟੀ ਵਿਦ ਡਿਫਰੈਂਸ ਆਪ ਜਿਹੜੀ ਆ ਉਹ ਸਟੈਬਲਿਸ਼ ਕਰ ਪਾਏਗੀ। ਤੇ ਹਰ ਜਿਹੜਾ ਇਹਨਾਂ ਦਾ ਐਮਐਲਏ ਆ ਉਹ ਬੜਾ ਹਾਈਪਰ ਸੈਂਸਿਟਿਵ ਹੋਣਾ ਚਾਹੀਦਾ ਇਸ ਮੈਟਰ ਦੇ ਉੱਤੇ ਕਿ ਮੇਰੇ ਖਿਲਾਫ ਅਗਰ ਕਿਸੇ ਨੂੰ ਵੀ ਕੋਈ ਪੁਆਇੰਟ ਮਿਲਦਾ ਇਹਦਾ ਅਸਰ ਪਾਰਟੀ ਦੀ ਛਵੀ ਤੇ ਜਾਏ। ਸੁਖਵਿੰਦਰ ਜੀ ਬਿਲਕੁਲ ਇਹੀ ਕਹਿ ਸਕਦੇ ਹਾਂ ਅਖੀਰ ਦੇ ਵਿੱਚ ਕਿ ਫੂਕ ਕੇ ਕਦਮ ਰੱਖਣ ਵਾਲੀ ਗੱਲ ਹੈ। ਕੰਮ ਕਿਤੇ ਕਿਤੇ ਚੰਗੇ ਵੀ ਹੁੰਦੇ ਨੇ, ਪਰ ਜਦੋਂ ਨਸ਼ਿਆਂ ਦਾ ਮਸਲਾ ਆਉਂਦਾ ਜਾਂ ਹੋਰ ਬਹੁਤ ਵੱਡੇ ਮੁੱਦੇ ਪੰਜਾਬ ਦੇ ਨਾਲ ਜੁੜਦੇ ਨੇ ਆ ਕੇ, ਉਦੋਂ ਸਰਕਾਰ ਦੇ ਉੱਤੇ ਫਿਰ ਉਂਗਲ ਉੱਠਣ ਲੱਗ ਜਾਂਦੀ ਹੈ ਕਿ ਕੀ ਤੁਸੀਂ ਵੀ ਪਿਛਲਿਆਂ ਦੇ ਵਾਂਗੂ ਹੀ ਕਰਨਾ ਜਾਂ ਫਿਰ ਵਾਕਈ ਕੋਈ ਬਦਲਾਅ ਦੀ ਜਿਹੜੀ ਹੈ ਨਵੀਂ ਲਹਿਰ ਦੇਖਣ ਨੂੰ ਮਿਲੇਗੀ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ।